11 अध्याय ਉਹਦੀ 34 ਹੈ। ਨਿਆਂਇਆਂ ਦੀ ਕਿਤਾਬ ਜਿਹਨੂੰ ਮਿਲਦਾ ਉਹ ਪੜ੍ਹ ਸਕਦਾ। ਨਿਆਂਇਆਂ ਦੀ ਕਿਤਾਬ 11 ਅਧਿਆਏ ਉਹਦੀ 34 ਹੈ। ਯਿਫਤਾ ਮਿਸਪਾ ਨੂੰ ਆਪਣੇ ਘਰ ਆਇਆ ਤੇ ਵੇਖੋ ਉਹਦੀ ਧੀ ਡੱਫ ਵਜਾਉਂਦੀ ਤੇ ਨੱਚਦੀ ਹੋਈ ਉਹਦੇ ਮਿਲਣ ਨੂੰ ਨਿਕਲੀ ਅਤੇ ਉਹਦੀ ਇਕਲੌਤੀ ਧੀ ਸੀ। ਉਸ ਤੋਂ ਬਿਨਾਂ ਹੋਰ ਪੁੱਤਰ ਧੀ ਉਹਦੇ ਕੋਈ ਨਹੀਂ ਸੀ। ਤਾਂ ਅਜਿਹਾ ਹੋਇਆ ਪਈ ਜਾਂ ਉਹਨੇ ਉਸ ਨੂੰ ਡਿੱਠਾ ਤਾਂ ਉਹ ਆਪਣੇ ਲੀੜੇ ਪਾੜ ਕੇ ਆਖਿਆ, ਹਾਏ ਹਾਏ ਮੇਰੀ ਧੀਏ, ਤੈਂ ਮੈਨੂੰ ਬਹੁਤ ਨੀਵਾਂ ਕੀਤਾ। ਸਗੋਂ ਤੂੰ ਉਹਨਾਂ ਵਿੱਚੋਂ ਹੈ ਜੋ ਮੈਨੂੰ ਦੁੱਖ ਦਿੰਦੇ ਹਨ, ਕਿਉਂ ਜੋ ਮੈਂ ਯਹੋਵਾ ਨੂੰ ਵਚਨ ਦਿੱਤਾ ਹੈ ਅਤੇ ਟਾਲ ਨਹੀਂ ਸਕਦਾ। ਉਸ ਨੇ ਉਹਨੂੰ ਆਖਿਆ, ਹੇ ਮੇਰੇ ਪਿਓ, ਜੋ ਤੈਂ ਯਹੋਵਾ ਨੂੰ ਵਚਨ ਕੀਤਾ ਹੈ, ਸੋ ਜੋ ਕੁਝ ਤੈਂ ਮੂੰਹੋਂ ਕੱਢਿਆ ਹੈ ਮੇਰੇ ਨਾਲ ਕਰ, ਕਿਉਂ ਜੋ ਯਹੋਵਾ ਨੇ ਤੇਰੇ ਵੈਰੀ ਅਮੋਨੀਆਂ ਤੋਂ ਤੇਰਾ ਬਦਲਾ ਲਿਆ ਹੈ। ਫਿਰ ਉਸ ਨੇ ਆਪਣੇ ਪਿਓ ਨੂੰ ਆਖਿਆ, ਮੇਰੇ ਲਈ ਇੰਨਾ ਕਰ, 2 ਮਹੀਨੇ ਮੈਨੂੰ ਛੱਡ ਦੇ, ਜੋ ਮੈਂ ਪਹਾੜਾਂ ਵਿੱਚ ਫਿਰਾਂ ਤੇ ਆਪਣੀਆਂ ਸਹੇਲੀਆਂ ਨਾਲ ਆਪਣੇ ਕੁਆਰਪੁਣੇ ਦਾ ਸੋਗ ਕਰਾਂ। ਉਹ ਬੋਲਿਆ, ਜਾ, ਅਤੇ ਉਹਨੇ ਉਹਨੂੰ 2 ਮਹੀਨਿਆਂ ਦੀ ਵਿਹਲ ਦਿੱਤੀ ਅਤੇ ਉਹ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਗਈ ਅਤੇ ਪਹਾੜਾਂ ਉੱਤੇ ਆਪਣੇ ਕੁਆਰਪੁਣੇ ਤੋਂ ਰੋਈ ਪਿੱਟੀ। ਅਜਿਹਾ ਹੋਇਆ ਕਿ 2 ਮਹੀਨਿਆਂ ਪਿੱਛੋਂ ਉਹਦੇ ਪਿਓ ਕੋਲ ਆਈ ਅਤੇ ਉਹਨੇ ਉਸ ਦੇ ਨਾਲ ਉਸ ਸੁਖਣਾ ਅਨੁਸਾਰ ਜੋ ਉਸਨੇ ਸੁਖੀ ਸੀ ਕੀਤਾ ਅਤੇ ਉਹ ਪੁਰਖ ਤੋਂ ਅਣਜਾਣ ਰਹੀ। ਉਪਰੰਤ ਇਸਰਾਏਲੀਆਂ ਵਿੱਚ ਇਹ ਮਰਿਆਦਾ ਠਹਿਰੀ ਜੋ ਵਰੇ ਦੇ ਵਰੇ ਇਸਰਾਏਲੀ ਦੀਆਂ ਧੀਆਂ ਵਰੇ ਵਿੱਚ 4 ਦਿਨ ਤੋੜੀ ਯਿਫਤਾ ਗਿਲਿਆਦੀ ਦੀ ਧੀ ਦਾ ਸੋਗ ਕਰਨ ਜਾਂਦੀਆਂ ਸਨ। ਆਮੀਨ। ਪਰਮੇਸ਼ਵਰ ਆਪਣੇ ਵਚਨ ਦੇ ਪੜ੍ਹੇ ਜਾਣ ਤੇ ਬਰਕਤ ਦੇ। ਆਮੀਨ। ਸਭ ਬੈਠ ਸਕਦੇ। ਸਾਰੇ ਪੜ੍ਹੋਂ ਨੂੰ ਜੈ ਜੀ। ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਇਸ ਹੋਰ ਮੌਕੇ ਦੇ ਲਈ। ਤੁਸੀਂ ਖੁਸ਼ ਹੋ ਸਾਰੇ ਪ੍ਰਭੂ ਘਰ ਜਾਣ ਕੇ? ਸਾਰੇ ਨਹੀਂ ਖੁਸ਼ ਲੱਗਦੇ। ਜੇ ਸਾਰੇ ਖੁਸ਼ ਹੁੰਦੇ ਸਾਰਿਆਂ ਨੇ ਬੋਲਣਾ ਆਮੀਨ। ਆਮੀਨ ਕਹਿ ਸਕਦੇ ਹਾਂ। ਆਮੀਨ। ਹਾਲੇਲੂਇਆ। ਸੋ ਜਿੱਦਾਂ ਭਾਈ ਹੋਰੀ ਦੱਸਦੇ ਹੁੰਦੇ ਕਿ ਜ਼ਰੂਰੀ ਨਹੀਂ ਹੈ ਕਿ ਕੋਈ ਮੁਰਦਾ ਜਿੰਦਾ ਹੋਏ ਤੇ ਫੇਰ ਹੀ ਗਵਾਹੀ ਹੈ। ਜੇ ਪ੍ਰਭੂ ਨੇ ਸਾਨੂੰ ਜਿਉਂਦਿਆਂ ਦੀ ਧਰਤੀ ਤੇ ਰੱਖਿਆ, ਉਹ ਸਭ ਤੋਂ ਵਧੀਆ ਤੁਸੀਂ ਕੰਮ ਕਰ ਰਹੇ, ਪ੍ਰਭੂ ਦੇ ਘਰ ਦੇ ਵਿੱਚ ਆਏ ਹੋ, ਔਰ ਇਹਨੂੰ ਮੈਂ ਸਮਝਦਾ ਕਿ ਵਧੀਆ ਗੱਲ ਨਹੀਂ ਹੈ। ਹਾਲੇਲੂਇਆ। ਸੋ ਜਿੱਦਾਂ ਭਾਈ ਦੱਸ ਰਹੇ ਕਿ ਮੇਰਾ ਪ੍ਰਚਾਰ ਹੋਰ ਸੀ ਤੇ ਸਵੇਰੇ ਕੋਈ ਵੈਸੇ ਗੱਲ ਹੋਈ ਭਾਈ ਹੋਰਾਂ ਨਾਲ, ਔਰ ਉਹਨਾਂ ਨੇ ਕਿਹਾ ਕਿ ਸਾਰਾ ਦਾ ਜਨਮ ਦਿਨ ਹੈ। ਸੋ ਕੋਸ਼ਿਸ਼ ਕਰਾਂਗੇ ਪ੍ਰਭੂ ਦੇ ਬਚਨ ਦੇ ਵਿੱਚੋਂ ਤੁਹਾਡੇ ਨਾਲ ਗੱਲਬਾਤ ਕਰਨ ਦੀ। ਸੋ ਚਾਹੁੰਦੇ ਹਾਂ ਕਿ ਬੜੇ ਧਿਆਨ ਦੇ ਨਾਲ ਸੁਣਿਓ। ਸੋ ਅਸੀਂ ਇਹੀ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਨੇ ਜਿੱਦਾਂ ਪਿਛਲੇ 3 ਸਾਲਾਂ ਦੇ ਵਿੱਚ ਗੁੜੀਆ ਦੀ ਮਦਦ ਕੀਤੀ, ਹੁਣ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਪ੍ਰਭੂ ਦੀ ਪੂਰਨ ਮਦਦ ਕਰੇ। ਤੇ ਹੁਣ ਦੇ ਕਿ ਜਦ ਇਹ ਬੱਚੇ ਵੱਡੇ ਹੋਣ, ਇਹ ਪ੍ਰਭੂ ਦੇ ਨਾਮ ਕਲਾਮ ਚ ਵਧਣ। ਔਰ ਜਿੱਦਾਂ ਤੁਸੀਂ ਜਾਣਦੇ ਹੋ ਕਿ ਨਬੀ ਦੀ ਸੰਗਤੀਆਂ ਦੇ ਵਿੱਚ ਭੈਣਾਂ ਸੀ ਜੋ ਸਾਜ਼ ਵਜਾਉਂਦੀਆਂ ਸੀ, ਤੇ ਜਦ ਹੀ ਉਹ ਮੀਟਿੰਗ ਖਤਮ ਹੁੰਦੀ ਆ ਜਾਂ ਆਖਰੀ ਕੁਝ ਲਫ਼ਜ਼ ਹੋਣੇ ਹੁੰਦੇ, ਉਹ ਕਹਿੰਦਾ ਕਿ ਭੈਣ ਤੁਸੀਂ ਆ ਜਾਓ ਔਰ ਸਾਜ਼ ਵਜਾਓ, ਉਹ ਜੋ ਵੀ ਵਜਾਉਂਦੀ ਸੀ। ਤੇ ਅਸੀਂ ਵੀ ਇਹੀ ਪ੍ਰਭੂ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਸੰਗਤੀਆਂ ਦੇ ਵਿੱਚੋਂ ਭੈਣਾਂ ਭਰਾ ਉੱਠਣ ਤਾਂ ਕਿ ਪ੍ਰਭੂ ਦੀ ਮਹਿਮਾ ਵਡਿਆਈ ਦੇ ਲਈ ਉਹ ਸਾਜ਼ ਵਜਾਉਣ, ਗੀਤ ਗਾਉਣ ਔਰ ਹਰ ਕਸ ਗਵਾਹੀਆਂ ਦੇਣ, ਔਰ ਇਸ ਤਰੀਕੇ ਦੇ ਨਾਲ ਪ੍ਰਭੂ ਦੀ ਸੇਵਾ ਕਰਨ। ਹਾਲੇਲੂਇਆ। ਸੋ ਜਿੱਦਾਂ ਭਾਈ ਸਰਤਾਲ ਹੋਰੀ ਗੱਲ ਕਰ ਰਹੇ ਸਨ, ਤੇ ਜੇ ਉਹ ਭਾਈ ਸਰਤਾਲ ਹੋਰੀ ਪਰੇਸ਼ਾਨ ਸੀ ਤੇ ਮੈਂ ਤੁਹਾਨੂੰ ਦੱਸਦਾ ਕਿ ਭਾਈ ਹੋਰੀ ਵੀ ਉਹਨਾਂ ਦੇ ਮਨ ਤੇ ਬੋਝ ਰਿਹਾ ਜਦ ਇਹਨਾਂ ਦੇ ਨਾਲ ਗੱਲਬਾਤ ਹੋਈ। ਸੋ ਇਹ ਸਿਰਫ ਇੱਕ ਦੂਜੇ ਦੇ ਪ੍ਰਤੀ ਸੰਗਤੀ ਦਾ ਔਰ ਸੇਵਕ ਦਾ ਇੱਕ ਦੂਜੇ ਦੇ ਨਾਲ ਪਿਆਰ ਆ, ਜੋ ਕਿ ਜਦ ਇੱਕ ਦੂਜੇ ਨਾਲ ਕੋਈ ਗੱਲਬਾਤ ਹੁੰਦੀ ਤੇ ਅਸੀਂ ਸਾਰੇ ਪਰੇਸ਼ਾਨ ਹੁੰਦੇ ਹਾਂ। ਸੋ ਹਮੇਸ਼ਾ ਵਿਸ਼ਵਾਸੀ ਦਾ ਉਦੋਂ ਹੀ ਪਤਾ ਲੱਗਦਾ। ਨਬੀ ਨੇ ਕਿਹਾ, ਅਗਰ ਤੁਸੀਂ ਕਿਸੇ ਵਿਸ਼ਵਾਸੀ ਨੂੰ ਚੈੱਕ ਕਰਨਾ ਚਾਹੁੰਦੇ, ਇੱਧਰ ਵੇਖੋ ਸਾਰੇ,
ਉਹਨੇ ਕਿਹਾ ਅਗਰ ਤੁਸੀਂ ਕਿਸੇ ਵਿਸ਼ਵਾਸੀ ਨੂੰ ਚੈੱਕ ਕਰਨਾ ਚਾਹੁੰਦੇ ਕਿ ਅਸਲ ਦੇ ਵਿੱਚ ਉਹ ਵਿਸ਼ਵਾਸੀ ਹੈ, ਤੇ ਉਹਨੇ ਕਿਹਾ ਉਹਨੂੰ ਝਿੜਕ ਦਿਓ। ਉਹਨੇ ਕਿਹਾ ਉਹਨੂੰ ਝਿੜਕੋ, ਅਗਰ ਉਹ ਭੇਡ ਆ ਉਹ ਹੋਰ ਨਮਰ ਹੋ ਜਾਏਗੀ, ਅਗਰ ਉਹ ਬੱਕਰਾ ਆ ਤੇ ਉਹਨੇ ਛੜਾ ਮਾਰਨੀਆਂ, ਉਹਨੇ ਹੋਰ ਹੀ ਪੁੱਠੇ ਕੰਮ ਕਰਨੇ ਆ। ਪਰ ਅਗਰ ਵਾਕਿਆ ਹੀ ਉਹ ਭੇਡ ਆ ਤੇ ਉਹ ਹੋਰ ਨਮਰ ਹੋਏਗੀ। ਆਮੀਨ। ਇਸ ਤਰ੍ਹਾਂ ਜਦ ਵਿਲੀਅਮ ਬ੍ਰਾਨਹਮ ਦੀ ਸੰਗਤੀ ਦੇ ਵਿੱਚ ਤੁਸੀਂ ਅਕਸਰ ਜਾਣਦੇ ਹੋ, ਤੁਸੀਂ ਸੰਦੇਸ਼ਾਂ ਦੇ ਵਿੱਚ ਪੜ੍ਹਿਆ, ਉਹ ਕਹਿੰਦੇ ਕਿ ਮੈਂ ਹੁਣ ਜਿਹੜੀ ਬਾਕੀ ਮੀਟਿੰਗ ਆ ਭਾਈ ਨੇਵਲ ਦੇ ਹੱਥਾਂ 'ਚ ਦੇਣਾ। ਹਾਂਜੀ। ਤੇ ਕਈਆਂ ਨੇ ਭਾਈ ਨੇਵਲ ਦੀ ਹੋ ਸਕਦਾ ਫੋਟੋ ਵੀ ਵੇਖੀ ਹੋਵੇ। ਭਾਈ ਨੇਵਲ ਅਕਸਰ ਹੀ ਸੰਦੇਸ਼ਾਂ 'ਚ ਅਸੀਂ ਵੇਖਦੇ ਆ। ਤੇ ਜਦ ਭਾਈ ਨੇਵਲ ਆ ਔਰ ਨਬੀ ਜਦ ਲੋਕਾਂ ਦੇ ਉੱਪਰ ਹੱਥ ਰੱਖਦਾ ਆ, ਭਵਿੱਖਬਾਣੀਆਂ ਕਰਦਾ ਆ, ਤੇ ਭਾਈ ਨੇਵਲ ਨੇ ਵੀ ਇਹ ਕੰਮ ਕਰਨਾ ਸ਼ੁਰੂ ਕੀਤਾ। ਤੇ ਨਬੀ ਨੇ ਕਿਹਾ ਭਾਈ ਨੇਵਲ, ਜੇ ਤੂੰ ਜਿੱਦਾਂ ਲੋਕਾਂ ਦੇ ਸਿਰ ਤੇ ਹੱਥ ਰੱਖਦਾ ਜਾਂ ਲੋਕਾਂ ਦੇ ਦਿਲਾਂ ਦੇ ਤੂੰ ਦੱਸਦਾ, ਭਵਿੱਖਬਾਣੀਆਂ ਕਰਦਾ, ਤੂੰ ਏਦਾਂ ਨਹੀਂ ਕਰਨਾ। ਤੇ ਭਾਈ ਨੇਵਲ ਨੇ ਇਹ ਨਹੀਂ ਕਿਹਾ ਸਿਰਫ ਤੂੰ ਹੀ ਨਬੀ ਆ, ਕੱਲਾ ਤੂੰ ਤੇ ਇਹ ਕੰਮ ਕਰਦਾ ਤੇ ਸਾਨੂੰ ਤੂੰ ਰੋਕਦਾ ਹੈ। ਉੱਥੇ ਨਬੀ ਨੇ ਇਹ ਵੀ ਧਿਆਨ ਰੱਖਿਓ, ਨਬੀ ਨੇ ਇਹ ਨਹੀਂ ਕਿਹਾ ਤੂੰ ਗਲਤ ਕਰਦਾ, ਪਰ ਉਹਨੇ ਕਿਹਾ ਏਦਾਂ ਨਹੀਂ ਕਰਨਾ। ਤੇ ਭਾਈ ਨੇਵਲ ਨੇ ਉਹਦੀ ਆਗਿਆਕਾਰੀ ਕੀਤੀ। ਜੋ ਭੇਡ ਆ ਹਮੇਸ਼ਾ ਹੀ ਆਗਿਆਕਾਰੀ ਕਰਦੀ ਆ। ਤੇ ਯਿਸੂ ਮਸੀਹ ਨੇ ਵੀ ਕਿਹਾ ਜੋ ਮੇਰੀ ਭੇਡ ਆ ਉਹ ਮੇਰੀ ਆਵਾਜ਼ ਨੂੰ ਪਛਾਣਦੀ ਹੈ। ਕਿੰਨੇ ਆਮੀਨ ਕਹਿ ਸਕਦੇ? ਸੋ ਅਸੀਂ ਇਸ ਨਮਰਤਾ ਦੇ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਸੋ ਜਿੱਦਾਂ ਭਾਈ ਹੋਰਾਂ ਨੇ ਦਿਲ ਤੋਂ ਪ੍ਰਾਰਥਨਾ ਭਾਈ ਹੋਰਾਂ ਵਾਸਤੇ ਕੀਤੀ ਹੈ, ਸ਼ਬਦ ਕੁਝ ਰੱਖੇ ਹਨ ਕਿ ਪ੍ਰਭੂ ਉਹਨਾਂ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਵੇ। ਕਿੰਨੇ ਆਮੀਨ ਕਹਿ ਸਕਦੇ? ਹਾਲੇਲੂਇਆ। ਸੋ ਇੱਕ ਮੈਂ ਹੋਰ ਗੱਲ ਕਰਕੇ ਅੱਗੇ ਵਧਾਂਗਾ। ਜਦ ਗੱਲ ਆਉਂਦੀ ਜਨਮ ਦਿਨ ਦੀ, ਤੇ ਇੱਕ ਜੋ ਮਸੀਹ ਜਨਮ ਦਿਨ ਹਨ ਉਹ ਦੂਜਿਆਂ ਦੇ ਵਾਂਗੂ ਨਹੀਂ ਹੈ। ਕੱਲਾ ਜਨਮ ਦਿਨ ਹੀ ਨਹੀਂ, ਵਾਕਿਆ ਹੀ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤੇ ਚਾਹੇ ਉਹ ਵਿਆਹ ਸ਼ਾਦੀਆਂ ਜਾਂ ਕੋਈ ਜਦ ਮੌਤ ਹੋ ਜਾਂਦੀ ਜਾਂ ਕਹਿ ਲੋ ਜਨਾਜੇ, ਕੁਛ ਵੀ ਜਿਹੜਾ ਅਸਲ ਦੇ ਵਿੱਚ ਮਸੀਹ ਆ, ਵਿਆਹ ਸ਼ਾਦੀਆਂ, ਜਨਮ ਦਿਨ, ਜਨਾਜੇ ਉਹਦੇ ਵੱਖਰੇ ਆ ਦੁਨੀਆਦਾਰੀ ਦੇ ਨਾਲ। ਆਮੀਨ ਕਹਿ ਸਕਦੇ? ਹਾਲੇਲੂਇਆ। ਔਰ ਅਗਰ ਅੱਜ ਜਦ ਅਸੀਂ ਇਸ ਜਗ੍ਹਾ ਤੇ ਹਾਂ ਕੁਛ ਗੱਲਾਂ ਜਨਮ ਦਿਨ ਦੇ ਬਾਰੇ ਕਰਾਂਗੇ, ਤੇ ਮਸੀਹ ਲੋਕਾਂ ਦੇ ਜਨਮ ਦਿਨ ਵੀ ਦੁਨੀਆ ਦੇ ਨਾਲੋਂ ਵੱਖਰੇ ਹੋਣੇ ਚਾਹੀਦੇ ਆ। ਕਿਉਂਕਿ ਬਾਈਬਲ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਸਾਨੂੰ ਬਾਈਬਲ ਉਸ ਤਰੀਕੇ ਦੇ ਨਾਲ ਜਨਮ ਦਿਨ ਦੇ ਬਾਰੇ ਨਹੀਂ ਦੱਸਦੀ ਜਿੱਦਾਂ ਅੱਜ ਕੱਲ ਲੋਕ ਮਨਾਉਂਦੇ ਆ। ਬਾਈਬਲ ਦੇ ਵਿੱਚ 2 ਜਗ੍ਹਾ ਤੇ ਸਿਰਫ ਜਨਮ ਦਿਨ ਦੇ ਬਾਰੇ ਹੈ। ਆਮੀਨ ਕਹਿ ਸਕਦੇ? ਇੱਕ ਆ ਪੁਰਾਣੇ ਨੇਮ ਦੇ ਵਿੱਚ ਔਰ ਦੂਜਾ ਆ ਨਵੇਂ ਨੇਮ ਦੇ ਵਿੱਚ। ਪਰ ਯਦि ਇਹ ਜਨਮ ਦਿਨ ਦੋਨੇ ਮਨਾਏ ਗਏ, ਉਸ ਜਗ੍ਹਾ ਤੇ ਦੋਨਾਂ ਜਗ੍ਹਾ ਤੇ ਕਤਲ ਹੋਇਆ। ਦੋਨਾਂ ਜਗ੍ਹਾ ਤੇ ਪੁਰਾਣੇ ਨੇਮ ਦੇ ਵਿੱਚ ਵੀ ਉੱਥੇ ਇੱਕ ਬੰਦੇ ਨੂੰ ਫਾਂਸੀ ਤੇ ਲਟਕਾਇਆ ਗਿਆ, ਔਰ ਨਵੇਂ ਨੇਮ ਦੇ ਵਿੱਚ ਯਹੂਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਕੱਟਿਆ ਗਿਆ ਜਨਮ ਦਿਨ ਦੇ ਉੱਪਰ। ਆਮੀਨ ਕਹਿ ਸਕਦੇ? ਮੈਂ ਕਿਹਾ ਤੁਸੀਂ ਇਹ ਚੀਜ਼ ਨੂੰ ਸਮਝਦੇ, ਜ਼ਰੂਰੀ ਨਹੀਂ ਕਿ ਜ਼ਿਆਦਾ ਨੂੰ ਲੰਬਾ ਲੈ ਕੇ ਜਾਈਏ ਇਹ ਗੱਲਾਂ ਨੂੰ, ਇਸ਼ਾਰੇ ਦੀ ਲੋੜ ਹੈ। ਹਾਂਜੀ। ਸੋ ਯਦि ਅਸੀਂ ਨਵੇਂ ਨੇਮ ਦੇ ਵਿੱਚ ਆਉਂਦੇ ਤੇ ਅੱਜ ਜਦ ਅਸੀਂ 25 ਦਸੰਬਰ ਨੂੰ ਸਾਰਿਆਂ ਨੇ ਸਾਰੇ ਵਰਲਡ ਦੇ ਵਿੱਚ ਵੱਡਾ ਦਿਨ ਮਨਾਉਣਾ ਹੈ, ਤੇ ਬਾਈਬਲ ਦੇ ਵਿੱਚ ਕਿਤੇ ਵੀ ਜਨਮ ਦਿਨ ਮਨਾਉਣ ਦੇ ਬਾਰੇ ਨਹੀਂ ਹੈ। ਤੇ ਨਾ ਹੀ ਜਿਸ ਤਰੀਕੇ ਦੇ ਨਾਲ ਯਿਸੂ ਮਸੀਹ ਦਾ ਜਨਮ 25 ਤਰੀਕ ਤੇ ਬਣਦਾ ਵੀ ਨਹੀਂ ਹੈ, 25 ਦਸੰਬਰ ਨੂੰ ਬਣਦਾ ਵੀ ਨਹੀਂ ਹੈ।
ਆਮੀਨ। ਪਹਿਲੇ ਪ੍ਰਚਾਰ ਤੁਸੀਂ ਯਾਦ ਕਰ ਲਿਓ, ਆਪਾਂ ਪਹਿਲਾਂ ਇੱਥੇ ਕਈ ਵਾਰੀ ਗੱਲਾਂ ਕੀਤੀਆਂ। ਆਮੀਨ। ਸੋ ਨਾ ਤੇ ਬਾਈਬਲ ਉਸ ਤਰੀਕੇ ਦੇ ਨਾਲ ਸਾਨੂੰ ਜਨਮ ਦਿਨ ਮਨਾਉਣ ਨੂੰ ਕਹਿੰਦੀ ਜਿਸ ਤਰੀਕੇ ਦੇ ਨਾਲ ਦੁਨੀਆ ਮਨਾਉਂਦੀ ਹੈ। ਔਰ ਅਸੀਂ ਪਹਿਲੇ ਗੱਲ ਕੀਤੀ ਕਿ ਜਿਹੜਾ ਇੱਕ ਵਾਕਿਆ ਵਿਸ਼ਵਾਸੀ ਆ ਉਹ ਫਿਰ ਪੂਰੇ ਤੌਰ ਤੇ ਆਪਣੇ ਆਪ ਨੂੰ ਦੁਨੀਆ ਨਾਲੋਂ ਵੱਖ ਕਰ ਲੈਂਦਾ ਹੈ। ਚਾਹੇ ਫਿਰ ਉਹ ਵਿਆਹ 'ਚ ਜਾਂਦਾ ਆ, ਚਾਹੇ ਫਿਰ ਆਪਣੇ ਬੱਚਿਆਂ ਦੇ ਜਨਮ ਦਿਨ ਕਰਦਾ ਆ, ਚਾਹੇ ਉਹ ਕਿਤੇ ਪਾਰਟੀ ਤੇ ਜਾਏ, ਚਾਹੇ ਜਨਾਜ਼ੇ ਦੇ ਵਿੱਚ ਹੋਵੇ, ਉਹਦੇ ਸਾਰੇ ਕੰਮ ਫਿਰ ਵੱਖਰੇ ਆ। ਸਮਝ ਲੱਗ ਰਹੀ ਸਾਰਿਆਂ ਨੂੰ? ਇਸ ਲਈ ਉਹ ਪਿੱਛੇ ਜੇ ਭਾਈ ਜੋਰਜ ਕੇ ਘਰ ਅਸੀਂ ਪ੍ਰਚਾਰ ਕੀਤਾ ਤੇ ਤੁਸੀਂ ਇਤਿਹਾਸ ਲੱਭੋ ਇਹਨਾਂ ਕੇਕਾਂ ਦਾ, ਤੁਸੀਂ ਇਤਿਹਾਸ ਲੱਭੋ। ਅੱਜ ਕੱਲ ਤੁਹਾਡੇ ਕੋਲ ਫੋਨ ਆ, ਤਕਰੀਬਨ ਸਾਰਾ ਦਿਨ ਫੋਨਾਂ ਤੇ ਰਹਿੰਦੇ ਆਪਾਂ, ਤੇ ਉਹ ਇਤਿਹਾਸ ਲੱਭੋ ਕਿ ਅਸਲ ਦੇ ਵਿੱਚ ਕੇਕ ਗੋਲ ਹੀ ਕਿਉਂ ਬਣਾਉਂਦੇ ਆ। ਇਤਿਹਾਸ ਲੱਭੋ ਉਹਦੇ ਦੁਆਲੇ ਮੋਮਬੱਤੀਆਂ ਕਿਉਂ ਲਾਉਂਦੇ ਆ, ਤੇ ਉੱਥੇ ਸਾਨੂੰ ਲੱਭਦਾ ਕਿ ਇਹ ਜਿਹੜਾ ਗੋਲ ਹੀ ਬਣਦਾ ਇਹ ਸੂਰਜ ਦੇਵਤੇ ਨੂੰ ਪ੍ਰਦਰਸ਼ਿਤ ਕਰਦਾ ਹੈ। ਇਹ ਜਿਹੜੀਆਂ ਮੋਮਬੱਤੀਆਂ ਜਗਾਉਂਦੇ ਆ ਉਹ ਕਹਿੰਦੇ ਕਿ ਜਦੋਂ ਅਸੀਂ ਇਹਨਾਂ ਨੂੰ ਬੁਝਾਉਂਦੇ ਆ ਤੇ ਜਨਮ ਦਿਨ ਵਾਲੇ ਦਿਨ ਦੁਸ਼ਟ ਆਤਮਾਵਾਂ ਉਹ ਬੰਦੇ ਦੇ ਕੋਲ ਆਉਂਦੀਆਂ ਜਿਹਦਾ ਜਨਮ ਦਿਨ ਹੁੰਦਾ, ਤੇ ਉਹਦੇ ਨਾਲ ਦੁਸ਼ਟ ਆਤਮਾ ਭੱਜ ਜਾਂਦੀਆਂ ਹੈ ਜਦੋਂ ਬੁਝਾਉਂਦੇ ਆ ਨੇਰਾ। ਹਾਂਜੀ। ਕਿਉਂਕਿ ਅਕਸਰ ਤੁਸੀਂ ਸਾਡੇ ਮਨਾਂ ਦੇ ਵਿੱਚ ਚੀਜ਼ਾਂ ਪਾਈਆਂ ਕਿ ਜਿਹੜੇ ਦੁਸ਼ਟ ਆਤਮਾ ਅੱਗ ਤੋਂ ਡਰਦੇ ਹੈ। ਸਾਡੇ ਪੁਰਾਣੇ ਬਜ਼ੁਰਗ ਏਦਾਂ ਦੀਆਂ ਗੱਲਾਂ ਕਰਦੇ, ਉਹ ਕਹਿੰਦੇ ਦੁਸ਼ਟ ਆਤਮਾ ਜਿਹੜੀ ਅੱਗ ਕੋਲੋਂ ਡਰਦੀ ਆ। ਔਰ ਕਈ ਵਾਰੀ ਕਹਿੰਦੇ ਜਦੋਂ ਕਬਰਾਂ 'ਚ ਲੰਘਦੇ ਲੋਕ ਪੁਰਾਣੇ ਔਰ ਆਪਣੇ ਉਹਨਾਂ ਦੇ ਕੋਲ ਹਮੇਸ਼ਾ ਹੀ ਬੀੜੀ ਸਿਗਰਟ ਆਮ ਗੱਲ ਪਹਿਲਾਂ ਪੀਂਦੇ, ਉਹ ਕਹਿੰਦੇ ਆਪਣੀ ਜੇਬ 'ਚ ਰੱਖਦੇ ਸੀ ਤਾਂ ਕਿ ਜਦੋਂ ਉੱਥੋਂ ਦੀ ਲੰਘੋ ਜਗਾ ਲੈਂਦੇ ਕਿ ਦੁਸ਼ਟ ਆਤਮਾ ਅੱਗ ਤੋਂ ਡਰਦੀ ਹੈ। ਕਹਿਣ ਦਾ ਮਤਲਬ ਕਿ ਇਹ ਜਿਹੜੇ ਜਨਮ ਦਿਨ ਆ ਇਹ ਮੂਰਤੀ ਪੂਜਕਾਂ ਲੋਕਾਂ ਦਾ ਕੰਮ ਹੈ। ਪਰ ਜਦ ਇੱਕ ਸੱਚਾ ਵਿਸ਼ਵਾਸੀ ਹੈ ਉਹ ਹਮੇਸ਼ਾ ਆਪਣੇ ਬੱਚਿਆਂ ਨੂੰ ਜਨਮ ਦਿਨ ਵਾਲੇ ਦਿਨ ਪਰਮੇਸ਼ਵਰ ਦੇ ਹੱਥਾਂ 'ਚ ਦਿੰਦਾ ਹੈ। ਅਸਲ ਵਿੱਚ ਜਨਮ ਦਿਨ ਜੇ ਸਧਾਰਨ ਤੌਰ ਤੇ ਜੇ ਗੱਲ ਕਰੀਏ, ਪਰਮੇਸ਼ਵਰ ਨੇ ਸਾਡੀ ਉਮਰ ਨੂੰ ਠਹਿਰਾਇਆ ਆ, ਪਰਮੇਸ਼ਵਰ ਨੇ ਸਾਡੇ ਦਿਨ ਗਿਣੇ ਆ, ਸਾਡੇ ਸਾਹ ਗਿਣੇ ਆ। ਆਮੀਨ ਕਹਿ ਸਕਦੇ? ਇਹਦਾ ਮਤਲਬ ਕਿ ਮੰਨ ਲਓ ਮੇਰੀ ਉਮਰ ਦੇ 60 ਸਾਲ ਆ, ਪਰਮੇਸ਼ਵਰ ਨੇ ਠਹਿਰਾਈ। ਹਾਂਜੀ। ਤੇ ਮੰਨ ਲਓ ਮੈਂ ਅੱਜ 27 ਨਵੰਬਰ ਨੂੰ 34 ਸਾਲ ਦਾ ਹੋਇਆ ਤੇ ਇਹ ਮੇਰੀ ਦਿਨ ਘਟਣ ਦੇ। ਹਾਂਜੀ। ਅਗਲੇ ਸਾਲ ਹੋਰ 27 ਨਵੰਬਰ ਨੂੰ 1 ਸਾਲ ਹੋਰ ਘਟਣਾ। ਹਾਂਜੀ। ਤੇ ਜੇ ਦੁਨਿਆਵੀ ਤੌਰ ਤੇ ਸੋਚੀਏ ਅਸੀਂ ਘਟਣ ਤੇ ਖੁਸ਼ੀ ਮਨਾ ਰਹੇ ਹਾਂ ਜਿੱਦਾਂ ਕਹੀਏ, ਪਰ ਅਸਲ ਦੇ ਵਿੱਚ ਇਹ ਚੀਜ਼ ਆ ਕਿ ਪ੍ਰਭੂ ਤੂੰ ਸਾਡੀ ਜਿੰਨੀ ਵੀ ਧਰਤੀ ਤੇ ਉਮਰ ਸਾਨੂੰ ਤੂੰ ਦਿੱਤੀ ਆ ਤੇ ਉਸੇ ਤਰ੍ਹਾਂ ਅਸੀਂ ਬੱਚਿਆਂ ਨੂੰ ਜਾਂ ਜਿਹਦਾ ਵੀ ਜਨਮ ਦਿਨ ਆ ਉਹਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦਈਏ। ਕਹਿੰਦੇ ਆਮੀਨ ਕਹਿ ਸਕਦੇ? ਔਰ ਜਦ ਅਸੀਂ ਆਪਣੇ ਬੱਚਿਆਂ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦਿੰਦੇ ਆ, ਚੁੱਪ ਕਰਾਇਓ ਬੱਚਿਆਂ ਨੂੰ, ਇੱਧਰ ਵੇਖੋ ਬੱਚਿਓ ਸਾਰੇ, ਤੁਹਾਡੀਆਂ ਗੱਲਾਂ ਕਰਨ ਲੱਗੇ ਆਪਾਂ। ਇੱਕ ਮਿੰਟ, ਇਹ ਮੁੰਡਾ ਨੂੰ ਪਿੱਛੇ ਕਰੋ। ਮੈਂ ਇਸੇ ਗੱਲ ਤੇ ਚੰਗਾ ਨਹੀਂ ਲੱਗਦਾ, ਹੋਰ ਗੱਲ ਕੋਈ ਨਹੀਂ ਠੀਕ ਨਹੀਂ ਲੱਗਦਾ। ਸੋਭਾ ਨਹੀਂ ਦਿੰਦੀ। ਹਾਂਜੀ, ਠੀਕ ਨਹੀਂ। ਜੇ ਤੁਹਾਨੂੰ ਯਾਦ ਹੈ ਪਿਛਲੀ ਵਾਰ ਦਾ ਪ੍ਰਚਾਰ ਭਾਈ ਗੁਰਾਂ ਦਾ ਵਿਵਸਥਾ ਸਾਰ ਦੀ ਕਿਤਾਬ ਦੇ ਵਿੱਚ ਉਹਨਾਂ ਨੇ ਕੀਤਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਉੱਠਦਿਆਂ, ਬੈਠਦਿਆਂ, ਜਾਗਦਿਆਂ, ਸੌਂਦਿਆਂ, ਰਾਹ ਵਿੱਚ ਤੁਰੇ ਜਾਂਦਿਆਂ ਆਪਣੇ ਬੱਚਿਆਂ ਨੂੰ ਪ੍ਰਭੂ ਦੇ ਵਚਨ ਦੀਆਂ ਗੱਲਾਂ ਸਿਖਾਓ। ਹਾਲੇਲੂਇਆ। तो फिर ये भी विचे आउंदा कि जद असीं चर्च दे विच आउंदे अपने बच्चों नूं सिखाओ कि किद्दां बैठना जदों प्रचार हुंदा या गीत गाए जांदे किद्दां उहदे विच आपां हिस्सा लेना है। ये सारा कुछ इहदे विच ही आउंदा है। हालेलूया। सो असीं ये गल कर रहे सां कि असीं अपने बच्चों नूं प्रभु दे हत्थां दे विच देना है।
और काफी चिर हो गया भाई रकेश ना हुण मेरी गल नहीं हुई। एक बार ਜਦੋਂ गल कर रहे साहब पिछे काफी समय तो, और उन्होंने मैंने दसिया कि मैं घर दे विच भी गल करदा अपने मां प्यो दे नाल, अपनी वाइफ दे नाल कि जिहड़ी मेरी बेटी है ਉਹਦੇ ਕੱਪੜੇ ਕਿੱਦਾਂ ਦੇ ਹੋਣੇ ਚਾਹੀਦੇ। ਉਹ ਕਹਿੰਦਾ मैं संदेश पढ़दा आ, सुनदा आ ਤੇ ਮੈਨੂੰ ਪਤਾ ਨਬੀ ਨੇ ਕੀ ਕਿਹਾ ਹੈ। ਉਹ ਕਹਿੰਦੇ ਕਿ ਮੈਂ ਦੱਸਦਾ ਹੁੰਦਾ ਵੀ ਕੱਪੜੇ ਕਿੱਦਾਂ ਦੇ ਪਾਉਣੇ ਆ। ਸੋ ਸੱਚਾ ਵਿਸ਼ਵਾਸੀ ਹਮੇਸ਼ਾ ਹੀ ਇਦਾਂ ਹੀ ਕਰਦਾ ਹੈ। ਉਹ ਹੁਣ ਤੋਂ ਹੀ ਆਪਣੇ ਬੱਚਿਆਂ ਨੂੰ ਢਾਲਦਾ ਹੈ। ਔਰ ਇਹੋ ਹੀ ਹੁਣ ਤੁਸੀਂ ਧਿਆਨ ਦਿਓ, ਤੁਹਾਡੇ ਚ ਕੋਈ ਨਹੀਂ ਆ ਜਾਂ ਮੈਂ ਇਹ ਨਹੀਂ ਮੈਂ ਚਾਹੁੰਦਾ ਕਿ ਬੱਚੇ ਗਾਲਾਂ ਕੱਢਣ। ਕੋਈ ਚਾਹੁੰਦਾ ਤੇ ਹੱਥ ਖੜਾ ਕਰੋ ਜੇ ਕੋਈ ਚਾਹੁੰਦਾ ਕਿ ਮੇਰੇ ਬੱਚੇ ਗਾਲਾਂ ਕੱਢਣ। ਕੋਈ ਨਹੀਂ ਹੈ। ਇੱਕ ਦਾ ਕਰ ਲਓ। ਪਰ ਤੁਸੀਂ ਧਿਆਨ ਦਿਓ, ਤੁਸੀਂ ਨਹੀਂ ਚਾਹੁੰਦੇ ਪਰ ਉਹ ਸਿੱਖਦੇ ਕਿੱਦਾਂ ਆ। ਪਹਿਲਾਂ ਹੀ ਜੰਮਦੇ ਨਹੀਂ ਬਾਹਰ ਚਲੇ ਜਾਂਦੇ। ਪਹਿਲਾਂ ਉਹ ਤੁਹਾਡੇ ਘਰ ਦੇ ਵਿੱਚ ਮਾਹੌਲ ਨੂੰ ਵੇਂਦੇ ਤੇ ਤੁਸੀਂ ਇਹ ਚੀਜ਼ ਉਹਨਾਂ ਨੂੰ ਨਹੀਂ ਸਿਖਾਉਣੀ ਚਾਹੁੰਦੇ ਪਰ ਇਹਦੇ ਬਾਵਜੂਦ ਉਹ ਸਿੱਖਦੇ। ਇਹਦਾ ਮਤਲਬ ਇਹ ਹੈ ਕਿ ਸਾਡੇ ਤੋਂ ਹੀ ਉਹਨਾਂ ਸਿੱਖਣਾ ਔਰ ਸਾਡਾ ਹੀ ਉਹਨਾਂ ਦੇ ਉੱਪਰ ਪ੍ਰਭਾਵ ਪੈਣਾ। ਹਾਂਜੀ। ਔਰ ਅਸੀਂ ਬਾਈਬਲ ਦੇ ਵਿੱਚੋਂ ਵੇਖਾਂਗੇ ਬਾਈਬਲ ਦੇ ਵਿੱਚ ਕਿ ਮਾਂ ਪਿਓ ਦਾ ਆਪਣੇ ਬੱਚਿਆਂ ਦੇ ਉੱਪਰ ਕਿੰਨਾ ਵੱਡਾ ਪ੍ਰਭਾਵ ਹੁੰਦਾ ਹੈ। ਨਬੀ ਨੇ ਬਹੁਤ ਵਾਰੀ ਪ੍ਰਭਾਵ ਸੰਦੇਸ਼ ਪ੍ਰਚਾਰ ਕੀਤਾ। ਔਰ ਵੇਖੋ ਕਿ ਸਿਰਫ ਇਹ ਨਹੀਂ ਵੀ ਸਾਡੇ ਸਿਰਫ ਬੱਚਿਆਂ ਦੇ ਉੱਪਰ ਪ੍ਰਭਾਵ ਪੈਂਦਾ, ਸਾਡੇ ਉੱਪਰ ਵੀ ਆਲੇ ਦੁਆਲੇ ਦਾ ਪ੍ਰਭਾਵ ਹੈ। ਔਰ ਜੇ ਅਸੀਂ ਗੱਲ ਕਰੀਏ ਸਾਡੇ ਉੱਪਰ ਪ੍ਰਭਾਵ ਦੀ ਤੇ ਅਸੀਂ ਕੀ ਵੇਖਦੇ ਆ, ਫਿਲਮੀ ਐਕਟਰ ਦਾ ਐਕਟਰਸ ਦਾ ਸਾਡੇ ਉੱਪਰ ਪ੍ਰਭਾਵ ਆ। ਔਰ ਜਿੱਦਾਂ ਦਾ ਮਾਹੌਲ ਚੱਲ ਰਿਹਾ ਹੁੰਦਾ ਉਦਾਂ ਦਾ ਸਾਡੇ ਉੱਪਰ ਪ੍ਰਭਾਵ ਹੁੰਦਾ ਹੈ। ਯਾਦ ਅਸੀਂ ਅਜੇ ਘਰ ਦੇ ਵਿੱਚ ਹੀ ਆਏ, ਬਾਹਰ ਅਸੀਂ ਬੱਚਿਆਂ ਨਾਲ ਗੱਲ ਕਰ ਰਹੇ, ਉਹ ਦੱਸ ਰਹੇ ਕਿ ਇੰਨੇ ਸਬਸਕ੍ਰਾਈਬਰ ਵੱਧ ਗਏ ਇਹਦੇ, ਇੰਨੇ ਦਿਨਾਂ ਦੇ ਵਿੱਚ ਇੰਨੇ ਸਬਸਕ੍ਰਾਈਬਰ ਕਿਸੇ ਚੈਨਲ ਦੇ ਵਧੇ। ਫਿਰ ਉਹਦਾ ਸਾਡੇ ਉੱਪਰ ਹੀ ਪ੍ਰਭਾਵ ਪੈਂਦਾ ਕਿ ਅਸੀਂ ਆਪਣੇ ਇਹ ਜਿਹੜੇ ਸਬਸਕ੍ਰਾਈਬਰ ਆ ਵਧਾਉਣੇ ਕਿੱਦਾਂ ਹੈ। ਕੋਈ ਚੈਨਲ ਤੁਸੀਂ ਬਣਾਇਆ ਹੁੰਦਾ ਤੇ ਕਹਿੰਦੇ ਕਿ ਜਿੰਨੇ ਵੀ ਉਹਨੂੰ ਫੋਲੋ ਕਰਦੇ, ਜਿੰਨੇ ਵੀ ਸਬਸਕ੍ਰਾਈਬਰ ਉਹਨਾਂ ਨੂੰ ਐਡ ਕਰੀ ਜਾਂਦੇ ਤੇ ਉਹ ਵਧਦੇ ਜਾਂਦੇ, ਉਹ YouTube ਪੈਸੇ ਦਿੰਦਾ ਤੇ ਸਾਡੇ ਤੇ ਪ੍ਰਭਾਵ ਪੈਂਦਾ ਕਿ ਅਸੀਂ ਵਧਾਉਣੇ ਕਿੱਦਾਂ ਹੈ। ਉਹਦੇ ਲਈ ਫਿਰ ਹੋਰ ਗਲਤ ਤਰੀਕੇ ਵੀ ਹੋ ਸਕਦੇ ਜਾਂ ਏਦਾਂ ਵੀ ਹੋ ਸਕਦਾ ਕਿ ਅਸੀਂ ਮਸ਼ਹੂਰ ਕਿੱਦਾਂ ਹੋਣਾ ਹੈ। ਮੈਂ ਤੁਹਾਨੂੰ ਪਹਿਲੇ ਕਿਹਾ, ਇਹ ਨਬੀ ਨੇ ਕਿਹਾ ਕਿ ਕਿਸੇ ਤਰੀਕੇ ਦੇ ਨਾਲ, ਤਿੰਨ ਤਰੀਕੇ ਦੇ ਨਾਲ ਜਦੋਂ ਬੰਦਾ ਡਿੱਗਦਾ ਉਹਦੇ ਵਿੱਚ ਫਿਰ ਪਪੂਲੈਰਿਟੀ ਵੀ ਹੈ ਜਾਂ ਮਸ਼ਹੂਰੀ ਵੀ ਹੈ। ਜਦੋਂ ਬੰਦਾ ਕਹਿੰਦਾ ਕਿ ਮੈਂ ਮਸ਼ਹੂਰ ਹੋ ਜਾ, ਇਹ ਚੀਜ਼ ਵੀ ਬੰਦੇ ਨੂੰ ਗਿਰਾ ਦਿੰਦੀ ਹੈ। ਦੋ ਚੀਜ਼ਾਂ ਜਿਹੜੀਆਂ ਮੈਂ ਪਿਛਲੀ ਵਾਰੀ ਦੱਸੀਆਂ, ਔਰ ਇੱਕ ਚੀਜ਼ ਮੈਂ ਦੱਸਣੀ ਮੈਨੂੰ ਭੁੱਲ ਗਿਆ ਪਿਛਲੀ ਵਾਰੀ, ਹੈ ਨਾ। ਸ਼ਮਸ਼ੂਨ ਔਰਤ ਕਾਰਨ ਡਿੱਗਾ, ਪੈਸਾ ਤੇ ਔਰਤ ਤੇ ਸ਼ੌਹਰਤ, ਤੇ ਜਿਹੜਾ ਸਾਊਲ ਸੀ ਉਹ ਸ਼ੌਹਰਤ ਦੇ ਕਾਰਨ ਡਿੱਗਾ। ਉਹ ਮਸ਼ਹੂਰੀ ਚਾਹੁੰਦਾ ਸੀ। ਉਹ ਕਹਿੰਦਾ ਕਿ ਦਾਊਦ ਮੇਰੇ ਤੋਂ ਉੱਪਰ ਕਿੱਦਾਂ ਹੋ ਗਿਆ, ਮੇਰਾ ਸ਼ਬਦ ਬੋਲਿਆ ਜਾ। ਹਾਂਜੀ, ਉਹ ਚਾਹੁੰਦਾ ਸੀ ਕਿ ਮੇਰੀ ਵਡਿਆਈ ਕੀਤੀ ਜਾਵੇ। ਦਾਊਦ ਪਿੱਛੋਂ ਆਣ ਕੇ ਮੇਰੇ ਤੋਂ ਅੱਗੇ ਲੰਘਿਆ ਤੇ ਔਰਤਾਂ ਉਹਦੀ ਵਡਿਆਈ ਕਰ ਰਹੀਆਂ। ਕਹਿਣ ਦਾ ਮਤਲਬ ਕਿ ਇਹ ਜਿਹੜੀ ਮਸ਼ਹੂਰੀ ਵੀ ਬੰਦੇ ਨੂੰ ਡੇਗਦੀ ਹੈ ਤੇ ਕਾਹਦੇ ਕਾਰਨ ਆ, ਆਸੇ ਪਾਸੇ ਦੇ ਪ੍ਰਭਾਵ ਦੇ ਕਾਰਨ। ਤੇ ਅੱਜ ਬਹੁਤ ਟ੍ਰੈਂਡ ਚੱਲ ਰਿਹਾ, ਜਿੰਨੇ ਵੀ ਸਿੰਗਰ ਆ ਗੱਲ ਕਰ ਲੈਂਦੇ ਹੋ, ਮੈਂ ਇਹ ਚੀਜ਼ਾਂ ਕੋਈ ਨਹੀਂ ਲੈ ਕੇ ਬੈਠਾ। ਜਿੰਨੇ ਵੀ ਸਿੰਗਰ ਆ, ਹੋੜ ਮੱਚ ਗਈ ਉਹਨਾਂ ਦੇ ਵਿੱਚ ਮਸੀਹ ਗੀਤ ਕਰਨ ਦੀ। ਉਹ ਚਾਹੇ ਸਲੀਮ ਆ, ਜੇ ਮੈਂ ਨਾਮ ਲੈ ਰਿਹਾ ਤੇ ਨਬੀ ਨੇ ਵੀ ਕਈਆਂ ਦੇ ਨਾਂ ਲਏ, ਉਹ ਆਪਣੇ ਸਮੇਂ ਦੇ ਵਿੱਚ ਉਹਨੇ ਨਾਂ ਲਏ। ਚਾਹੇ ਉਹ ਸਲੀਮ ਆ, ਚਾਹੇ ਫਿਰ ਉਹ ਫਿਰੋਜ਼ ਖਾਨ ਆ, ਚਾਹੇ ਦੂਜੇ ਤੀਜੇ ਜਿੰਨੇ ਵੀ ਆ, ਉਹ ਪਹਿਲਾਂ ਦੂਜੇ ਗੀਤ ਗਾਉਂਦੇ ਰਹੇ। ਅੱਜ ਉਹਨਾਂ ਦੇ ਵਿੱਚ ਇਹ ਆ ਕਿ ਮਸੀਹ ਗੀਤ ਗਾਈਏ।
ਕਿ ਜਿਹੜੀ ਮਸੀਹ ਕਮਿਊਨਿਟੀ ਆ ਉਹ ਵੀ ਸਾਨੂੰ ਪਿਆਰ ਕਰੇ, ਉਹ ਵੀ ਸਾਡੀ ਵਾਹ ਕਰੇ। ਜੇ ਸਹਿਮਤ ਹੋ ਤੇ ਆਮੀਨ ਕਹਿ ਆਮੀਨ, ਸਕਦੇ। ਇੱਕ ਜਿਹੜਾ ਸਿੰਗਰ ਆ, ਸਾਰਿਆਂ ਨੂੰ ਨਹੀਂ ਮੈਂ ਕਹਿਣ ਲੱਗਾ, ਧਿਆਨ ਨਾਲ ਸੁਣਿਓ। ਇੱਕ ਸਿੰਗਰ, ਇੱਕ ਨੇਤਾ, ਇੱਕ ਐਕਟਰ, ਇਹਨਾਂ ਚੋਂ ਕੋਈ ਧਰਮੀ ਹੋਵੇ ਬਹੁਤ ਔਖਾ ਹੀ ਹੈ। ਜਾਂ ਤੇ ਫਿਰ ਜੇ ਕੋਈ ਸਿੰਗਰ ਧਰਮੀ ਬਣੇਗਾ ਜਾਂ ਮਸੀਹ ਬਣੇਗਾ ਤੇ ਉਹ ਫਿਰ ਟੋਟਲੀ ਤੌਰ ਤੇ ਆਪਣੇ ਆਪ ਨੂੰ ਦੁਨੀਆ ਨਾਲੋਂ ਵੱਖਰਾ ਕਰ ਲਏਗਾ, ਕਿਉਂਕਿ ਇਹਨਾਂ ਦੋਹਾਂ ਸੜਕਾਂ ਦੇ ਉੱਪਰ ਚੱਲਣਾ ਬੜਾ ਔਖਾ ਹੈ। ਕਿਉਂਕਿ ਜਿਹੜਾ ਇੱਕ ਪੋਲੀਟੀਸ਼ੀਅਨ ਆ, ਜਿਹੜਾ ਇੱਕ ਨੇਤਾ ਆ, ਉਹਨੂੰ ਵੀ ਸਾਰਿਆਂ ਦੇ ਨਾਲ ਜੀ ਹਜ਼ੂਰੀ ਉਹਨੂੰ ਕਰਨੀ ਪੈਣੀ। ਜਿਹੜਾ ਇੱਕ ਸਿੰਗਰ ਆ, ਉਹਨੂੰ ਵੀ ਜਿੱਥੇ ਵੀ ਉਹ ਗਿਆ ਉੱਥੇ ਵੀ ਉਹਨੂੰ ਕੋਈ ਜਗ੍ਹਾ ਤੇ ਬੋਲਣ ਚਲ ਗਿਆ, ਉੱਥੇ ਵੀ ਉਹਨੂੰ ਉਹਦੀ ਵਡਿਆਈ ਕਰਨੀ ਪੈਣੀ। ਹਾਂ, ਕਰਨੀ ਪੈਣੀ। ਤੇ ਜੋ ਨਹੀਂ ਕਰਦਾ ਤੇ ਇਹਨੂੰ ਪੈਸੇ ਵੀ ਮਿਲਦੇ। ਇਸ ਲਈ ਅਗਰ ਸਾਨੂੰ ਮਸ਼ਹੂਰੀ ਦੀ ਵੀ ਲੋੜ ਹੈ ਤੇ ਪਰਮੇਸ਼ਵਰ ਸਾਨੂੰ ਮਸ਼ਹੂਰ ਕਰੇਗਾ। ਆਮੀਨ। ਪਰਮੇਸ਼ਵਰ ਤੁਹਾਨੂੰ ਉੱਚਾ ਕਰੇਗਾ। ਉਹ ਬਾਈਬਲ 'ਚ ਲਿਖਿਆ, ਉੱਚਾ ਹੋਣਾ ਨਾ ਚੜ੍ਹਦੇ ਹੋਏ ਨਾ ਲੈਂਦੇ ਹੋਏ, ਸਹੀ ਗੱਲ। ਉਹ ਪਰਮੇਸ਼ਵਰ ਦੇ ਵੱਲੋਂ। ਤੇ ਜੇ ਅਗਰ ਤੁਸੀਂ ਵਾਕਈ ਜੇ ਪਰਮੇਸ਼ਵਰ ਦੇ ਵਿੱਚ ਜਦ ਉੱਚੇ ਹੁੰਦੇ ਹੋ ਤੇ ਉਹ ਸਾਰੀਆਂ ਪਦਵੀਆਂ ਤੋਂ ਉੱਪਰ ਹੈ। ਕਿੰਨੇ ਆਮੀਨ ਕਹਿ ਸਕਦੇ ਹਾਂ? ਹਾਲੇਲੂਇਆ। ਇਸ ਲਈ ਤੁਸੀਂ ਮਸੀਹਤ ਵਿੱਚ ਹੀ ਅਸੀਂ ਰਹਿਣਾ ਹੈ, ਔਰ ਜੋ ਸਾਨੂੰ ਪ੍ਰਭੂ ਨੇ ਗਿਫਟ ਦਿੱਤੇ ਹਮੇਸ਼ਾ ਉਹਦੇ ਲਈ ਅਸੀਂ ਆਪਣੇ ਗਿਫਟਾਂ ਨੂੰ ਇਸਤੇਮਾਲ ਕਰਨਾ। ਭਾਈ ਰੋਸ਼ਨ ਨੇ ਕੋਈ ਪ੍ਰਚਾਰ ਕੀਤਾ ਸੀ, ਭਾਈ ਸੁਲਤਾਨ ਨੇ ਉਦੋਂ ਤੌਬਾ ਨਹੀਂ ਸੀ ਕੀਤੀ। ਉਹਨਾਂ ਨੇ ਕਿਹਾ ਕਿ ਜਿਹਨੇ ਤੌਬਾ ਨਹੀਂ ਕੀਤੀ ਉਹ ਸਟੇਜ ਦੇ ਉੱਪਰ ਤਬਲਾ ਵੀ ਨਹੀਂ ਵਜਾ ਸਕਦਾ। ਯਾਦ ਹੈ ਭਾਈ ਤੁਹਾਨੂੰ? ਉਸ ਤੋਂ ਬਾਅਦ ਭਾਈ ਹੋਰਾਂ ਨੇ ਤੌਬਾ ਕੀਤੀ ਸੀ। ਜਿਹੜੇ ਇੱਥੇ ਆਏ ਸੀ ਸਾਡੇ ਬੀਬੀ ਘਰ ਬਰਾਉਨ ਭਾਈ, ਉਹਨਾਂ ਨੇ ਕਿਹਾ ਸੀ ਮੈਂ ਆਪਣੇ ਨੈਲਸਨ ਇੱਥੇ ਬਹਿਣ ਨਹੀਂ ਦਿੰਦਾ ਉਹਨਾਂ ਨੂੰ, ਜਿਹੜੇ ਜਿੰਨਾ ਤੌਬਾ ਨਹੀਂ ਕੀਤੀ, ਜਿਹੜੇ ਦਸਵੰਧ ਵੀ ਨਹੀਂ ਦਿੰਦੇ, ਇਹਨਾਂ ਨੂੰ ਮੈਂ ਗਾਣ ਵੀ ਨਹੀਂ ਦਿੰਦਾ। ਇੱਥੇ ਸੀ। ਹਾਂ, ਭਾਈ ਨੈਲਸਨ ਹੀ ਸ਼ਾਇਦ ਮੈਨੂੰ ਨਾਂ ਦਾ ਨਹੀਂ ਪਤਾ ਉਹਦਾ। ਹਾਂਜੀ, ਬਜ਼ੁਰਗ ਹੀ ਸੀ। ਹਾਂਜੀ। ਸੋ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੇ ਉਹ ਇੱਕ ਦੁਨਿਆਵੀ ਜਿਹੜਾ ਸਿੰਗਰ ਉਹ ਵੱਖਰਾ ਹੈ। ਹਾਂਜੀ। ਇੱਕ ਜਿਹੜਾ ਪ੍ਰਭੂ ਦੀ ਆਰਾਧਨਾ ਕਰਨ ਵਾਲਾ ਸਿੰਗਰ ਆ, ਜਦ ਅਸੀਂ ਕਹਿ ਹੀ ਦਿੰਦੇ ਆ ਕਿ ਇਹ ਪਰਮੇਸ਼ਵਰ ਦੇ ਪ੍ਰਭੂ, ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਸਵੇਰੇ, ਜਦੋਂ ਆਪਾਂ ਚਰਚ ਸਟਾਰਟ ਕਰਦੇ ਹਾਂ, ਅਸੀਂ ਕਹਿੰਦੇ ਪ੍ਰਭੂ ਤੂੰ ਭਾਈਆਂ ਨੂੰ ਮੱਸਾ ਕਰ। ਤੇ ਮੱਸਾ ਫਿਰ ਏਦਾਂ ਦਾ ਨਹੀਂ ਆ ਕਿ ਚਰਚ ਵਿੱਚ ਹੀ ਉਹ ਮੱਸਾ ਆ ਤੇ ਬਾਹਰ ਜਾ ਕੇ ਦੂਜੇ ਗੀਤ ਗਾਵੇ। ਜੇ ਅਸੀਂ ਕਹਿ ਦਿੰਦੇ ਪ੍ਰਭੂ ਤੂੰ ਭਾਈਆਂ ਨੂੰ ਮੱਸਾ ਕਰ, ਸਾਜਾਂ ਨੂੰ ਮੱਸਾ ਕਰ, ਤੇਰਾ ਉਹ ਫਿਰ ਮੱਸਾ ਕਰ ਦਿੰਦਾ ਆ। ਤੇ ਫਿਰ ਮੱਸਾ ਫਿਰ ਚਰਚ ਵਿੱਚ ਹੀ ਨਹੀਂ ਰਹਿੰਦਾ, ਉਹ ਬਾਹਰ ਵੀ ਫਿਰ ਮੱਸਾ ਜਾਣਾ ਚਾਹੀਦਾ ਹੈ। ਹਾਲੇਲੂਇਆ। ਇਸ ਲਈ ਜਿੰਨੇ ਸਾਨੂੰ ਪ੍ਰਭੂ ਨੇ ਗਿਫਟ ਦਿੱਤੇ ਹਨ, ਸਾਜ਼ ਵਜਾਉਣ ਦਾ ਗਿਫਟ ਆ, ਗਾਉਣ ਦਾ ਗਿਫਟ ਆ, ਚਾਹੇ ਜੋ ਕੋਈ ਵੀ ਗਿਫਟ ਆ, ਉਹ ਫਿਰ ਪ੍ਰਭੂ ਦੇ ਲਈ ਹੀ ਇਸਤੇਮਾਲ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਤੁਹਾਨੂੰ ਢੋਲਕੀ ਵਜਾਉਣੀ ਆਉਂਦੀ ਤੇ ਤੁਸੀਂ ਬਾਹਰ ਜਾ ਕੇ ਹੋਰ ਕੰਮਾਂ ਤੇ ਵੀ ਢੋਲਕੀ ਜਾ ਕੇ ਵਜਾਓ। ਨਬੀ ਨੇ ਇੱਥੋਂ ਤੱਕ ਕਿਹਾ ਕਿ ਤੁਸੀਂ ਜਦ ਹੁਣ ਥੋੜਾ ਕੱਟੜ ਲੱਗਣਾ ਤੁਹਾਨੂੰ, ਕੋਈ ਟੈਨਸ਼ਨ, ਤੁਸੀਂ ਜਥੇਬੰਦਕ ਭਾਈਆਂ ਕੋਲੋਂ ਪ੍ਰਾਰਥਨਾ ਤੱਕ ਵੀ ਨਾ ਕਰਾਓ। ਜਿਹੜੇ ਜਥੇਬੰਦੀ ਦੇ ਭਾਈ ਆ ਉਹਨਾਂ ਕੋਲ ਪ੍ਰਾਰਥਨਾ ਨਾ ਕਰਾਓ। ਨਬੀ ਨੇ ਕਿਹਾ ਕਿਉਂਕਿ ਵੱਡੇ ਤੋਂ ਛੋਟੇ ਨੂੰ ਬਰਕਤ ਮਿਲਦੀ ਹੈ। ਤੇ ਉਹਨੇ ਕਿਹਾ ਵਚਨ ਦਾ ਸਾਰਾ ਜਿਹੜਾ ਖੁਲਾਸਾ ਆ, ਵਚਨ ਦੇ ਸਾਰੇ ਭੇਦ ਤੁਹਾਡੇ ਕੋਲ ਆ, ਇਸ ਕਰਕੇ ਤੁਹਾਡੇ ਤੋਂ ਉਹਨਾਂ ਨੂੰ ਬਰਕਤ ਮਿਲਣੀ ਆ, ਔਰ ਤੁਸੀਂ ਉਹਨਾਂ ਦੇ ਅੱਗੇ ਜਾ ਕੇ ਕਹਿੰਦੇ ਹੋ ਸਾਡੇ ਲਈ ਪ੍ਰਾਰਥਨਾ ਕਰੋ। ਮਤਲਬ ਕਿ ਉਹਨਾਂ ਕੋਲ ਸਾਨੂੰ ਕੋਈ ਮਤਲਬ ਨਹੀਂ। ਤੁਸੀਂ ਮੈਸੇਜ ਦੇ ਭਾਈਆਂ ਕੋਲ ਤੁਸੀਂ ਪ੍ਰਾਰਥਨਾ ਕਰਾ ਸਕਦੇ ਹੋ, ਜਿਹਦੇ ਕੋਲ ਮਰਜ਼ੀ, ਕੋਈ ਬੈਨ ਨਹੀਂ ਹੈ। ਹਾਂ, ਕੋਈ ਵੀ ਕਰ ਸਕਦਾ, ਜਿਹਦੇ ਕੋਲ ਮਰਜ਼ੀ ਕਰਵਾ ਸਕਦੇ, ਪਰ ਜਥੇਬੰਦਕ ਭਾਈਆਂ ਤੋਂ ਨਹੀਂ। ਅਜੇ ਮੈਂ ਸ਼ੁਰੂ ਨਹੀਂ ਕੀਤਾ,
ਪਾਸੇ ਗੱਲਾਂ ਆ ਰਹੀਆਂ ਤੇ ਮੈਂ ਸਮਝਦਾ ਕਿ ਸਾਡੇ ਸਭਨਾਂ ਦੀ ਭਲਾਈ ਦੇ ਲਈ ਆ। ਬਹੁਤ ਵਧੀਆ। ਆਮੀਨ ਕਹਿ ਸਕਦੇ ਆਮੀਨ। ਹਾਂ? ਹਾਲੇਲੂਇਆ। ਇਸ ਲਈ ਜਦ ਪਰਮੇਸ਼ਵਰ ਨੇ ਆਦਮ ਔਰ ਹਵਾ ਨੂੰ ਬਣਾਇਆ ਤੇ ਪਰਮੇਸ਼ਵਰ ਨੇ ਉਹਨਾਂ ਨੂੰ ਵਿਆਹ ਦੇ ਬੰਧਨ ਦੇ ਵਿੱਚ ਬੰਨਿਆ। ਔਰ ਬਾਈਬਲ ਵਿਆਹ ਤੋਂ ਹੀ ਸ਼ੁਰੂ ਹੁੰਦੀ ਆ ਔਰ ਬਾਈਬਲ ਵਿਆਹ ਤੋਂ ਹੀ ਖਤਮ ਹੁੰਦੀ ਹੈ। ਔਰ ਵੇਖੋ ਕਿ ਪਰਮੇਸ਼ਵਰ ਨੇ ਜਦ ਆਦਮ ਨੂੰ ਬਣਾਇਆ ਤੇ ਉਹਨੇ ਕਿਹਾ ਕਿ ਇਹ ਚੰਗਾ ਨਹੀਂ ਆ ਕਿ ਆਦਮ ਇਕੱਲਿਆਂ ਹੀ ਰਹੇ। ਠੀਕ ਹੈ, ਉਹਨੇ ਕਿਹਾ ਚੰਗਾ ਨਹੀਂ ਕਿ ਆਦਮ ਇਕੱਲਿਆ ਰਵੇ। ਫਿਰ ਉਹਨੇ ਉਹਦੇ ਵਿੱਚੋਂ ਹੀ ਪਸਲੀ ਨੂੰ ਕੱਢਿਆ ਔਰ ਉਹਦੇ ਲਈ ਉਹਨੇ ਨਾਰੀ ਤਿਆਰ ਕੀਤੀ। ਉਹਨੇ ਕਿਹਾ ਕਿ ਅੱਜ ਤੋਂ ਤੁਸੀਂ ਦੋ ਨਹੀਂ ਹੋ ਬਲਕਿ ਇੱਕ ਹੋ। ਇਸੇ ਕਰਕੇ ਜਿਹੜਾ ਆਦਮੀ ਆ ਆਪਣੇ ਮਾਪਿਆਂ ਨੂੰ ਛੱਡ ਕੇ ਆਪਣੀ ਤੀਵੀਂ ਦੇ ਨਾਲ ਮਿਲਿਆ ਰਹੇਗਾ। ਔਰ ਇਹ ਕੁਛ ਜਦ ਕਈ ਵਾਰੀ ਨਕਾਵਾਂ ਤੇ ਵੀ ਇਹ ਸ਼ਬਦ ਬੋਲੇ ਜਾਂਦੇ ਤੇ ਕੁਛ ਜਿਹੜੇ ਸੁਣਨ ਵਾਲੇ ਹੁੰਦੇ ਉਹਦਾ ਗਲਤ ਮਤਲਬ ਕਹਿੰਦੇ। ਉਹ ਕਹਿੰਦੇ ਕਿ ਪੜ੍ਹਾਦੇ ਹੁਣ ਤੋਂ ਹੀ ਜਾਂਦੇ ਹੀ ਅੱਡ ਹੋ ਜੇ। ਕਈ ਵਾਰੀ ਏਦਾਂ ਮਤਲਬ ਕੱਢਦੇ, ਪਰ ਏਦਾਂ ਨਹੀਂ ਆ। ਕਹਿਣ ਦਾ ਮਤਲਬ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਇੱਕ ਬਣਾਇਆ, ਉਹਨਾਂ ਨੂੰ ਜੋੜਿਆ ਔਰ ਉਹਨਾਂ ਨੂੰ ਕਿਹਾ ਕਿ ਵਧੋ ਫੁੱਲੋ ਤੇ ਧਰਤੀ ਨੂੰ ਭਰ ਦਿਓ। ਜ਼ਿੰਮੇਵਾਰੀ ਦਿੱਤੀ ਹੈ। ਹਾਂਜੀ, ਜ਼ਿੰਮੇਵਾਰ। ਤੇ ਇਹ ਜਿਹੜੇ ਪਰਮੇਸ਼ਵਰ ਨੇ ਸਾਨੂੰ ਬੱਚੇ ਦਿੱਤੇ, ਇਹਦਾ ਮਤਲਬ ਇਹ ਆ ਕਿ ਇਹ ਉਹਦੀਆਂ ਬਰਕਤਾਂ ਆ। ਇਹ ਉਹਨੇ ਜਿਹੜਾ ਵਿਆਹ ਦੇ ਬੰਧਨ ਦੇ ਵਿੱਚ ਸਾਨੂੰ ਬੰਨਿਆ। ਇਹਦਾ ਮਤਲਬ ਕਿ ਉਹਦੀ ਪ੍ਰਮਾਣ ਆ ਇਹਦਾ ਕਿ ਇਹ ਸਾਨੂੰ ਉਹਨੇ ਬੱਚੇ ਦਿੱਤੇ ਆ। ਇਸ ਕਰਕੇ ਜ਼ਬੂਰਾਂ ਦੇ ਵਿੱਚ ਲਿਖਿਆ ਬੱਚੇ ਯਹੋਵਾ ਦੇ ਵੱਲੋਂ ਮਿਰਾਸ ਆ। ਉਹਦੇ ਇਹ ਨਹੀਂ ਲਿਖਿਆ ਕੁੜੀ ਕਿ ਮੁੰਡਾ। ਹਾਂਜੀ, ਬੱਚੇ ਯਹੋਵਾ ਦੇ ਵੱਲੋਂ ਮਿਰਾਸ ਹਨ ਤੇ ਪੇਟ ਦਾ ਫਲ ਇੱਕ ਇਨਾਮ ਹੈ। ਆਮੀਨ ਕਹਿਣਾ ਚਾਹੀਦਾ ਸਾਰਿਆਂ ਨੂੰ। ਆਮੀਨ, ਹਾਲੇਲੂਇਆ। ਉੱਚੀ ਬੋਲਦੇ ਹਾਲੇਲੂਇਆ। ਇਸ ਲਈ ਇਹ ਬੱਚੇ ਪਰਮੇਸ਼ਵਰ ਨੇ ਸਾਨੂੰ ਇਨਾਮ ਦਿੱਤੇ ਹਨ। ਬਹੁਤ ਵਧੀਆ। ਆਮੀਨ। ਔਰ ਫਿਰ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨਾਂ ਬੱਚਿਆਂ ਨੂੰ, ਇਹ ਵੀ ਪਰਮੇਸ਼ਵਰ ਨੇ ਸਾਨੂੰ ਦੱਸਿਆ ਕਿ ਪਰਵਰਿਸ਼ ਕਿੱਦਾਂ ਕਰਨੀ ਹੈ। ਅਸੀਂ ਇਹਨਾਂ ਨੂੰ ਸਿਖਾਉਣਾ ਹੈ। ਔਰ ਬਾਈਬਲ ਸਾਨੂੰ ਦੱਸਦੀ ਹੈ ਕਿ ਅਫਸੀਆਂ ਦੀ ਕਿਤਾਬ ਦੇ ਵਿੱਚ ਕਿ ਹੇ ਪਿਤਾਓ ਆਪਣੇ ਬਾਲਾਂ ਨੂੰ ਨਾ ਝਿੜਕੋ ਬਲਕਿ ਉਹਨਾਂ ਦਾ ਪਾਲਣ ਪੋਸ਼ਣ ਪ੍ਰਭੂ ਦੇ ਵਚਨਾਂ ਦੇ ਅਨੁਸਾਰ ਕਰੋ। ਉਹ ਧਿਆਨ ਦਿਓ ਕਿ ਇਸ ਵਿਆਹ ਦੇ ਉੱਪਰ ਕੁਝ ਚੀਜ਼ਾਂ ਜਿਨ੍ਹਾਂ ਨੇ ਬਹੁਤ ਤਗੜੀ ਸੱਟ ਮਾਰੀ ਹੈ। ਜਿੱਦਾਂ ਕਿ ਅੱਜ ਚੱਲ ਰਿਹਾ ਕਿ ਬੰਦਾ ਬੰਦਿਆਂ ਦੇ ਨਾਲ ਵਿਆਹ ਕਰ ਸਕਦਾ ਹੈ, ਔਰਤ ਦੇ ਨਾਲ ਵਿਆਹ ਕਰ ਸਕਦੀ ਹੈ, ਜਾਂ ਤਲਾਕ ਆ, ਜਾਂ ਹੋਰ ਵੀ ਦੂਜੀਆਂ ਤੀਜੀਆਂ ਚੀਜ਼ਾਂ ਜਿਨ੍ਹਾਂ ਨੇ ਵਿਆਹ ਦੇ ਉੱਪਰ ਬੜੀ ਵੱਡੀ ਸੱਟ ਮਾਰੀ ਹੈ। ਔਰ ਜਿੱਦਾਂ ਇਹ ਸਦੂਮ ਔਰ ਅਮੂਰਾ ਦੁਬਾਰਾ ਇਸ ਧਰਤੀ ਦੇ ਉੱਪਰ ਆ ਚੁੱਕਿਆ ਹੈ। ਬਿਲਕੁਲ, ਕਿਉਂਕਿ ਸਦੂਮ ਔਰ ਅਮੂਰਾ ਦੇ ਸਮੇਂ ਸੀ ਜਦ ਬੰਦਿਆਂ ਨਾਲ ਵਿਆਹ ਕਰਵਾਉਂਦੇ ਸੀ। ਇਹ ਉਦੋਂ ਹੀ ਸੀ ਜਦ ਔਰਤਾਂ ਦੇ ਨਾਲ ਵਿਆਹ ਕਰਵਾਉਂਦੀਆਂ ਸਨ। ਆਮੀਨ। ਔਰ ਇਹ ਬਾਈਬਲ ਦੀ ਭਵਿੱਖਬਾਣੀ ਸੀ ਕਿ ਪ੍ਰਭੂ ਦੀ ਆਮਦ ਦੇ ਸਮੇਂ ਏਦਾਂ ਹੋਵੇਗਾ। ਤੇ ਇਹਨੂੰ ਕੁਦਰਤੀ ਤੌਰ ਤੇ ਕਾਨੂੰਨੀ ਤੌਰ ਤੇ ਇਹ ਚੀਜ਼ ਨੂੰ ਮਾਨਤਾ ਦਿੱਤੀ ਗਈ ਆ ਕਿ ਬੰਦਾ ਜਿਹੜਾ ਆ ਬੰਦਿਆਂ ਨਾਲ ਵਿਆਹ ਕਰਵਾ ਸਕਦਾ। ਜਿਹੜੀ ਔਰਤ ਆ ਔਰਤਾਂ ਦੇ ਨਾਲ ਵਿਆਹ ਕਰ ਸਕਦੀ ਹੈ, ਪਰ ਇਹ ਬਾਈਬਲ ਦਾ ਤਰੀਕਾ ਨਹੀਂ ਹੈ। ਪਰਮੇਸ਼ਰ ਵੱਲੋਂ ਕੋਈ ਨਹੀਂ। ਪਰਮੇਸ਼ਵਰ ਨੇ ਆਦਮ ਤੇ ਹਵਾ ਨੂੰ ਜੋੜਿਆ ਸੀ। ਹਾਂਜੀ ਹਾਂਜੀ। ਔਰ ਨਾ ਹੀ ਇਹ ਗਾਂ ਜਾ ਕੇ ਬੰਦਾ ਬੰਦੇ ਨਾਲ ਵਿਆਹ ਕਰਕੇ ਅੱਗੇ ਫਲਵੰਤ ਨਹੀਂ ਹੋ ਸਕਦਾ। ਵੱਧ ਫੁੱਲ ਨਹੀਂ ਸਕਦਾ। ਔਰਤ ਨਾਲ ਵਿਆਹ ਕਰਵਾ ਕੇ ਅੱਗੇ ਫਲਵੰਤ ਨਹੀਂ ਹੋ ਸਕਦੀ। ਪਰ ਪਰਮੇਸ਼ਵਰ ਨੇ ਆਦਮ ਤੇ ਹਵਾ ਨੂੰ ਜੋੜਿਆ ਔਰ ਫਿਰ ਉਹਨੇ ਕਿਹਾ ਕਿ ਵਧੋ ਫੁੱਲੋ ਔਰ ਧਰਤੀ ਨੂੰ ਭਰ ਦਿਓ। ਔਰ ਇਹ ਸਾਨੂੰ ਪਰਮੇਸ਼ਵਰ ਨੇ ਬੱਚੇ ਦਿੱਤੇ
ਤੇ ਇਹ ਪਰਮੇਸ਼ਵਰ ਨੇ ਸਾਨੂੰ ਬਰਕਤਾਂ ਦਿੱਤੀਆਂ। ਆਮੀਨ। ਹਾਲੇਲੂਇਆ। ਬਹੁਤ ਇੱਕ ਸਰਵੇ ਕੀਤਾ ਗਿਆ, ਉਹਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਕੀ ਇੱਕ ਵਿਆਹ ਤੋਂ ਬਿਨਾਂ ਬੰਦੇ ਨੂੰ ਰਹਿਣਾ ਚਾਹੀਦਾ ਹੈ? ਤੇ ਉਹਦੇ ਵਿੱਚ 46% ਲੋਕਾਂ ਨੇ ਕਿਹਾ ਕਿ ਹਾਂ ਠੀਕ ਹੈ, ਵਿਆਹ ਤੋਂ ਬਿਨਾਂ ਹੀ ਰਹਿਣਾ ਚਾਹੀਦਾ, ਤੇ 58% ਲੋਕਾਂ ਨੇ ਕਿਹਾ ਕਿ ਨਹੀਂ। ਤੇ ਅਗਰ ਤੁਸੀਂ ਬਾਹਰਲੇ ਜਿਹੜਾ ਕਲਚਰ ਆ, ਬਾਹਰਲਾ ਜਿਹੜਾ ਸੱਭਿਆਚਾਰ ਆ, ਉਹਨੂੰ ਤੁਸੀਂ ਵੇਖੋ ਤੇ ਬਿਨਾਂ ਵਿਆਹ ਤੋਂ ਬੱਚੇ ਪੈਦਾ ਕੀਤੇ ਜਾਂਦੇ। ਉਹ ਬਿਨਾਂ ਵਿਆਹ ਤੋਂ ਇੱਕ ਜੋੜਾ ਇਕੱਠਾ ਰਹਿੰਦਾ ਹੈ। ਅਗਰ ਉਹਨਾਂ ਨੂੰ ਲੱਗਦਾ ਕਿ ਆਪਾਂ ਜਿਹੜੀ ਆਪਣੀ ਮੈਰਿਜ ਲਾਈਫ ਸਾਡੀ ਸਹੀ ਹੋ ਸਕਦੀ ਆ, ਉਹ ਫਿਰ ਵਿਆਹ ਕਰ ਲੈਂਦੇ। ਅਗਰ ਨਹੀਂ ਤੇ ਉਹ ਵੱਖ ਹੋ ਜਾਂਦੇ। ਵਿਆਹ ਤੋਂ ਪਹਿਲੇ ਹੀ ਉਹਨਾਂ ਦੇ ਬੱਚੇ ਹੋ ਜਾਂਦੇ। ਪਰ ਇਹ ਪਰਮੇਸ਼ਵਰ ਦੀ ਆਗਿਆ ਤੋਂ ਬਾਹਰ ਹੈ, ਇਹ ਪਰਮੇਸ਼ਵਰ ਦੇ ਕਾਨੂੰਨਾਂ ਤੋਂ ਬਾਹਰ ਹੈ। ਇਹ ਸੁਣੀ ਸੁਣਾਈ ਗੱਲ ਨਹੀਂ ਹੈ। ਇਹ ਇੰਗਲੈਂਡ ਦੇ ਵਿੱਚ ਆਮ ਹੀ ਇਹ ਕੰਮ ਆ, ਜਾਂ ਦੂਜੇ ਤੀਜੇ ਦੇਸ਼ਾਂ ਦੇ ਵਿੱਚ ਆਮ ਹੀ ਗੱਲ ਹੈ ਲੋਕਾਂ ਦੇ ਲਈ। ਪਰ ਇਹ ਪਰਮੇਸ਼ਵਰ ਨੇ ਏਦਾਂ ਨਹੀਂ ਸੀ ਕੀਤਾ। ਪਰਮੇਸ਼ਵਰ ਨੇ ਪਹਿਲਾਂ ਉਹਨਾਂ ਨੂੰ ਜੋੜਿਆ ਸੀ, ਫਿਰ ਉਹਨਾਂ ਨੂੰ ਕਿਹਾ ਵਧੋ ਫੁੱਲੋ ਤੇ ਧਰਤੀ ਨੂੰ ਭਰ ਦਿਓ। ਆਮੀਨ ਕਹਿ ਸਕਦੇ ਹੋ? ਸੋ ਗੱਲਾਂ ਹੋਰ ਬਹੁਤ ਕੀਤੀਆਂ ਜਾ ਸਕਦੀਆਂ। ਸੋ ਪਹਿਲੇ ਕੀ ਸੀ, ਜਦ ਅਸੀਂ ਇਤਿਹਾਸ ਨੂੰ ਵੇਖਦੇ ਹਾਂ, ਰੋਮ ਦੇ ਵਿੱਚ ਇੱਕ ਕਾਨੂੰਨ ਸੀ, ਉਹਨੂੰ ਕਿਹਾ ਜਾਂਦਾ ਸੀ ਪੈਟਰੀਆ ਪ੍ਰੋਟੈਸਟਸ। ਇਹ ਲੈਟਿਨ ਸ਼ਬਦ ਸੀ, ਲਾਤੀਨੀ ਸ਼ਬਦ ਸੀ, ਜਿਹਦਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਗਿਆ ਉਹ ਹੈਗਾ ਸੀ ਫਾਦਰਸ ਪਾਵਰ। ਪੰਜਾਬੀ ਚ ਅਨੁਵਾਦ ਇਹਦਾ ਪਿਤਾ ਦੀ ਜਿਹੜੀ ਸ਼ਕਤੀ ਹੈ। ਤੇ ਉਹਦੇ ਵਿੱਚ ਇਹ ਹੁੰਦਾ ਸੀ ਕਿ ਯਦੀ ਕਿਸੇ ਦੇ ਘਰ ਇੱਕ ਬੱਚਾ ਪੈਦਾ ਹੁੰਦਾ ਸੀ ਤੇ ਉਹਦਾ ਸਾਰਾ ਜਿਹੜਾ ਉਹਦਾ ਹੈਡ ਹੁੰਦਾ ਸੀ ਉਹ ਘਰ ਦਾ, ਉਹ ਬਾਪ ਹੁੰਦਾ ਸੀ। ਤੇ ਬਾਪ ਦੇ ਕੋਲ ਇਹ ਸ਼ਕਤੀ ਹੁੰਦੀ ਸੀ ਕਿ ਯਦੀ ਇਹ ਬੱਚਾ ਪੈਦਾ ਹੋਇਆ, ਉਹ ਕੀ ਕਰਦੇ, ਉਹਨੂੰ ਉਹਦੇ ਪੈਰਾਂ 'ਚ ਰੱਖ ਦਿੰਦੇ। ਜੇ ਬਾਪ ਉਹ ਬੱਚੇ ਦੇ ਲਾਗੋਂ ਦੀ ਲੰਘ ਗਿਆ, ਇਹ ਚਿੰਨ੍ਹ ਹੁੰਦਾ ਸੀ ਕਿ ਇਹਦਾ ਮਤਲਬ ਇਹ ਆ ਕਿ ਬੱਚੇ ਨੂੰ ਬਾਹਰ ਸੁੱਟ ਦਿਓ। ਤੇ ਅਗਰ ਜੇ ਉਹਨੇ ਉਹ ਬੱਚੇ ਨੂੰ ਉਹਦੇ ਲਾਗੇ ਖਲੋ ਗਿਆ ਤੇ ਇਹ ਚਿੰਨ੍ਹ ਸੀ ਕਿ ਬੱਚੇ ਨੂੰ ਆਪਾਂ ਰੱਖਣਾ ਆ, ਇਹਦੀ ਪਰਵਰਿਸ਼ ਕਰਨੀ ਹੈ। ਤੇ ਉਹ ਕਹਿੰਦੇ ਕਿ ਇਹ ਜਿਹੜਾ ਕਾਨੂੰਨ ਸੀ ਰੋਮ ਦੇ ਵਿੱਚ, ਉਹ ਇੰਨਾ ਸਖਤ ਸੀ ਕਿ ਉਹਦੇ ਕੋਲ, ਪਿਤਾ ਦੇ ਕੋਲ ਅਧਿਕਾਰ ਹੁੰਦਾ ਸੀ, ਉਹ ਆਪਣੇ ਬੱਚਿਆਂ ਨੂੰ ਵੇਚ ਸਕਦਾ ਸੀ, ਉਹਨਾਂ ਕੋਲ ਸ਼ਕਤੀ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰਾ ਸਕਦਾ ਸੀ। ਔਰ ਇਹ ਜਿਹੜਾ ਕਾਨੂੰਨ ਸੀ, ਜਦ ਤੱਕ ਉਹ ਮਰਦਾ ਨਹੀਂ ਆ, ਉਹਨਾਂ ਤੱਕ ਉਹ ਲਗਾਤਾਰ ਇਸ ਕਾਨੂੰਨ ਨੂੰ ਇਸਤੇਮਾਲ ਕਰ ਸਕਦਾ ਸੀ। ਆਮੀਨ ਆਮੀਨ। ਪਰ ਪ੍ਰਭੂ ਦਾ ਧੰਨਵਾਦ ਹੋਵੇ, ਇਹਨਾਂ ਦਿਨਾਂ ਦੇ ਵਿੱਚ ਇਦਾਂ ਨਹੀਂ ਹੈ। ਆਮੀਨ। ਪ੍ਰਭੂ ਨੇ ਸਾਨੂੰ ਉਹ ਜਿਹੜੀ ਬਾਈਬਲ ਆ, ਉਹ ਅਲੱਗ ਤਰੀਕੇ ਦੇ ਨਾਲ ਸਾਨੂੰ ਸਮਝਾਉਂਦੀ ਆ, ਅਲੱਗ ਤਰੀਕੇ ਦੇ ਨਾਲ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਨੂੰ ਕਹਿੰਦੀ ਹੈ। ਔਰ ਜੇ ਤੁਸੀਂ ਬਾਹਰਲੇ ਕਾਨੂੰਨ ਵੇਖੋ ਤੇ ਉੱਥੇ ਤੁਸੀਂ ਆਪਣੇ ਬੱਚਿਆਂ ਨੂੰ ਝਿੜਕ ਨਹੀਂ ਸਕਦੇ। ਅਗਰ ਤੁਸੀਂ ਆਪਣੇ ਬੱਚਿਆਂ ਨੂੰ ਝਿੜਕਦੇ ਹੋ, ਤੁਹਾਡੇ ਬੱਚੇ ਫੋਨ ਕਰਨਗੇ ਪੁਲਿਸ ਨੂੰ, ਤੁਹਾਡੇ ਘਰ ਪੁਲਿਸ ਆਏਗੀ, ਤੁਹਾਨੂੰ ਫੜ ਕੇ ਲੈ ਜਾਏਗੀ। ਪਰ ਬਾਈਬਲ ਇੱਥੇ ਕਹਿ ਰਹੀ ਹੈ ਕਿ ਤੂੰ ਬੱਚੇ ਨੂੰ ਛਿੱਟੀ ਦੇ ਨਾਲ ਮਾਰ। ਆਮੀਨ। ਉਹ ਇਹਦੇ ਨਾਲ ਮਰਦਾ ਨਹੀਂ ਆ, ਪਰ ਇਹ ਜਿਹੜੀ ਛਿੱਟੀ ਆ, ਇਹ ਜਿਹੜਾ ਡੰਡਾ ਆ, ਇਹਨੂੰ ਨਰਕ ਦੇ ਵਿੱਚ ਜਾਣ ਤੋਂ ਬਚਾ ਸਕਦਾ। ਕਹਿਣ ਦਾ ਮਤਲਬ ਕਿ ਅਸੀਂ ਹਮੇਸ਼ਾ ਹੀ ਆਪਣੇ ਬੱਚਿਆਂ ਨੂੰ ਤਾੜਦੇ ਰਹਿਣਾ, ਉਹਨਾਂ ਨੂੰ ਤਾੜਦੇ ਰਹਿਣਾ,
ਤਾਂ ਕਿ ਅਸੀਂ ਉਹਨਾਂ ਨੂੰ ਉਸ ਨਰਕ ਦੇ ਵਿੱਚੋਂ ਬਚਾ ਸਕੀਏ। ਆਮੀਨ ਕਹਿ ਸਕਦੇ। ਇਸ ਲਈ ਮਾਂ ਪਿਓ ਦਾ ਬੱਚਿਆਂ ਦੇ ਉੱਪਰ ਬਹੁਤ ਵੱਡਾ ਪ੍ਰਭਾਵ ਹੁੰਦਾ ਹੈ। ਇੱਕ ਕਹਾਣੀ ਦੇ ਮੁਤਾਬਿਕ ਮਾਂ ਦਾ ਫਰਜ਼ ਹੈ ਕਿ ਹਮੇਸ਼ਾ ਹੀ ਆਪਣੇ ਬੱਚਿਆਂ ਨੂੰ ਸਮਝਾਉਂਦੀ ਰਹੇ, ਉਹਨੂੰ ਹਮੇਸ਼ਾ ਹੀ ਸਿਖਾਉਂਦੀ ਰਹੇ ਕਿ ਬੱਚੇ ਝੂਠ ਨਹੀਂ ਬੋਲਣਾ। ਇੱਕ ਨਿੱਕੀ ਜਿਹੀ ਗੱਲ ਆਪਾਂ ਜੇ ਲੈ ਕੇ ਤੁਰੀਏ, ਇੱਕ ਮਾਂ ਸੀ ਇਤਿਹਾਸ ਦੇ ਵਿੱਚੋਂ, ਮੈਨੂੰ ਭੁੱਲ ਗਿਆ ਨਾਮ ਕੀ ਉਹਦਾ, ਉਹਨੇ ਸਿਖਾਇਆ ਕਿ ਆਪਣੇ ਬੱਚੇ ਨੂੰ ਕਿ ਤੂੰ ਝੂਠ ਨਹੀਂ ਬੋਲਣਾ ਚਾਹੇ ਤੇਰੀ ਜਾਨ ਵੀ ਜਾਏ। ਆਮੀਨ। ਇੱਕ ਵਾਰੀ ਪਹਿਲੇ ਜ਼ਮਾਨੇ ਦੇ ਵਿੱਚ ਚੋਰ ਡਾਕੂਆਂ ਦਾ ਬਹੁਤ ਜ਼ਿਆਦਾ ਸਮਾਂ ਸੀ, ਅੱਜ ਵੀ ਹੈ ਵੈਸੇ। ਤੇ ਜਦੋਂ ਉਹਨੇ ਜਿੱਦ ਕੀਤੀ ਆਪਣੀ ਮਾਂ ਤੋਂ ਮੇਲੇ ਜਾਣ ਦੀ, ਤੇ ਉਹਨੇ ਕਿਹਾ ਕਿ ਚੋਰ ਬਹੁਤ ਆ, ਪੈਸੇ ਲੁੱਟ ਲੈਂਦੇ ਆ, ਤੇ ਮੈਂ ਏਦਾਂ ਕਰਦੀ ਕਿ ਤੇਰੇ ਜਿਹੜਾ ਕੁੜਤਾ ਅੰਦਰ ਬਾਹਰ ਸੀਂਦੇ ਨਹੀਂ, ਪੈਸੇ ਗੁਥਲੀ ਅੰਦਰ ਬਾਹਰ ਸੀ ਲੈਂਦੀ ਆ, ਤਾਂ ਕਿ ਉਹਨੇ ਉਹਨਾਂ ਜਗ੍ਹਾ ਤੋਂ ਚੈੱਕ ਕਰਨਾ, ਬਾਹਰਲੇ ਜੇਬ ਤੋਂ ਚੈੱਕ ਕਰੂਗਾ ਜਾਂ ਇੱਧਰ ਚੈੱਕ ਕਰ ਲਏਗਾ। ਤੇ ਪਰ ਉਹ ਮਾਂ ਨੇ ਇਹ ਵੀ ਉਹਨੂੰ ਸਿਖਾਇਆ ਸੀ ਕਿ ਬੱਚੇ ਝੂਠ ਨਹੀਂ ਬੋਲਣਾ, ਭਾਵੇਂ ਤੇਰੀ ਜਾਨ ਵੀ ਜਾਵੇ। ਇਹਨੂੰ ਸਮਝ ਰਹਾ ਗੱਲ ਨੂੰ। ਉਸੇ ਤਰ੍ਹਾਂ ਜਦ ਉਹ ਜਾ ਰਿਹਾ, ਉਹ ਚੋਰ ਡਾਕੂਆਂ ਨੇ ਉਹਨੂੰ ਘੇਰਿਆ, ਉਹਨੇ ਕਿਹਾ ਕਿ ਕੱਢ ਮਾਲ, ਉਹਨਾਂ ਨੇ ਕਿਹਾ ਵੀ ਚੈੱਕ ਕਰੋ ਇਹਨੂੰ। ਉਹਨਾਂ ਨੇ ਚੈੱਕ ਕੀਤਾ, ਉਸੇ ਤਰ੍ਹਾਂ ਹੋਇਆ। ਬਾਹਰਲੀ ਜੇਬ ਚੈੱਕ ਕੀਤੀ, ਪੈਂਟ ਦੀਆਂ ਜੇਬਾਂ ਚੈੱਕ ਕੀਤੀਆਂ, ਪਿੱਛੇ ਚੈੱਕ ਕੀਤਾ ਤੇ ਕੁਛ ਨਹੀਂ। ਕਹਿੰਦੇ ਤੇ ਮਾਰੋ ਚਪੇੜਾ, ਇਹਨੂੰ ਭਜਾਓ ਇੱਥੋਂ, ਕੁਛ ਵੀ ਹੈ ਨਹੀਂ ਇਹਦੇ ਕੋਲ। ਤਾਂ ਕਹਿੰਦਾ ਨੇ ਪੁੱਛੋ ਤੇ ਸਹੀ ਕਿ ਤੈਨੂੰ ਮੇਲੇ ਤੋਂ ਇਹਨਾਂ ਨੇ ਭੇਜਿਆ ਤੇ ਏਦਾਂ ਹੀ ਭੇਜਤਾ, ਤੈਨੂੰ ਖਾਲੀ ਭੇਜਿਆ? ਉਹਨੇ ਕਿਹਾ ਕਿ ਨਹੀਂ, ਮੇਰੀ ਮੰਮੀ ਨੇ ਪੈਸੇ ਤੇ ਮੈਨੂੰ ਦਿੱਤੇ ਆ, ਪਰ ਉਹਨੇ ਕਿਹਾ ਕਿ ਤੂੰ ਅੰਦਰ ਬਾਹਰ ਜੇਬ ਤੇ ਜਿਹੜੀ ਆ ਉੱਥੇ ਕਿਸੇ ਨੂੰ ਪਤਾ ਨਹੀਂ ਲੱਗਣਾ, ਉੱਥੇ ਮੈਂ ਸੀਂਦੇ ਨਹੀਂ ਆ ਨਾ, ਖਾਈ ਪੀਵੀਂ ਕੁਛ ਏਦਾਂ ਹੀ ਲੈ ਆਵੀਂ। ਉਹ ਫਿਰ ਉਹਨਾਂ ਨੇ ਕਿਹਾ ਕਿ ਪੈਸੇ ਲੈ ਲਓ। ਉਹਨਾਂ ਨੇ ਪੈਸੇ ਲਏ। ਇੱਕ ਬੰਦੇ ਨੇ ਉਹਨੂੰ ਕਿਹਾ ਕਿ ਇਹਨੂੰ ਪੁੱਛੋ ਕਿ ਤੂੰ ਇੱਥੋਂ ਝੂਠ ਮਾਰ ਕੇ ਸਾਨੂੰ ਆਪਾਂ ਆਪਣੀ ਤਸੱਲੀ ਕਰ ਲਈ, ਸਾਨੂੰ ਕੁਛ ਨਹੀਂ ਮਿਲਿਆ, ਪਰ ਤੂੰ ਕਹਿ ਸਕਦਾ ਸੀ ਕਿ ਮੇਰੇ ਕੋਲ ਪੈਸੇ ਹੈ ਨਹੀਂ, ਆਪਾਂ ਤੈਨੂੰ ਜਾਣ ਦੇਣਾ। ਪਰ ਤੂੰ ਏਦਾਂ ਹੀ ਕਿਉਂ ਕਿਹਾ? ਤੂੰ ਸੱਚ ਕਿਉਂ ਬੋਲਿਆ? ਪਰ ਉੱਥੇ ਨੇ ਕਿਹਾ ਕਿ ਮੇਰੀ ਮਾਂ ਨੇ ਮੈਨੂੰ ਸਿਖਾਇਆ ਕਿ ਭਾਵੇਂ ਤੇਰੀ ਜਾਨ ਵੀ ਜਾਵੇ ਫਿਰ ਵੀ ਤੂੰ ਸੱਚ ਬੋਲਣਾ। ਇਸ ਲਈ ਇਹ ਪ੍ਰਭਾਵ ਆ ਆਪਣੀ ਮਾਂ ਦਾ ਆਪਣੇ ਬੱਚਿਆਂ ਦੇ ਉੱਪਰ। ਜੋ ਤੁਸੀਂ ਸਿਖਾਉਂਦੇ ਰਹੋਗੇ ਤੁਹਾਡੇ ਬੱਚੇ ਸਿੱਖਦੇ ਆ। ਤੇ ਭਾਵੇਂ ਉਹਨੂੰ ਪਤਾ ਲੱਗ ਗਿਆ ਕਿ ਇਹਦੇ ਨਾਲ ਮੇਰੀ ਜਾਨ ਵੀ ਜਾ ਸਕਦੀ, ਪਰ ਉਹਨੇ ਹਮੇਸ਼ਾ ਸੱਚ ਬੋਲਿਆ ਬੱਚੇ ਨੇ। ਉਹਦੇ ਪੈਸੇ ਵੀ ਉਹਨਾਂ ਨੂੰ ਦੇਤੇ, ਕਹਿੰਦੇ ਕਿ ਬੱਚੇ ਨੇ ਸੱਚ ਬੋਲਿਆ। ਮਾਂ ਰਹਿ ਗਈ। ਹਾਂਜੀ, ਤੇ ਸਿਖਾਉਣ ਵਾਲੀ ਮਾਂ ਦੀ ਸਿਖਾਉਣ ਵਾਲੀ ਵੀ ਰਹਿ ਗਈ, ਜੋ ਉਹਨੇ ਸਿੱਖਿਆ ਦਿੱਤੀ। ਇਹ ਨਹੀਂ ਸਿੱਖਿਆ ਗਏ ਨਹੀਂ ਕਿਤੇ, ਉਹਦੀ ਉਹ ਬੋਲੀ ਵੀ ਪੂਰੀ ਹੋਈ ਔਰ ਉਹਦੇ ਪੈਸੇ ਵੀ ਉਹਦੇ ਕੋਲ ਹੀ ਰਹੇ। ਠੀਕ, ਸੱਚਾਈ ਦੇ ਉੱਪਰ। ਸਹੀ। ਹਾਲੇਲੂਇਆ। ਇਸ ਲਈ ਇਹ ਭਾਵੇਂ ਇੱਕ ਦੁਨਿਆਵੀ ਜੀ ਉਦਾਹਰਣ ਆ, ਪਰ ਕਹਿਣ ਦਾ ਮਤਲਬ ਹੈ ਕਿ ਅਸੀਂ ਜੋ ਆਪਣੇ ਬੱਚਿਆਂ ਨੂੰ ਸਿਖਾਉਂਦੇ ਉਹਨਾਂ ਤੇ ਅਸਰ ਹੁੰਦਾ ਹੈ। ਔਰ ਜੋ ਬੱਚੇ ਸਾਨੂੰ ਵੇਖਦੇ ਆ ਕਰਦਿਆਂ ਨੂੰ, ਉਹ ਆਪਣੇ ਜੀਵਨ ਦੇ ਵਿੱਚ ਉਹ ਚੀਜ਼ਾਂ ਨੂੰ ਅਪਣਾਉਂਦੇ ਆ। ਇਸ ਤਰ੍ਹਾਂ ਜਦ ਅਸੀਂ ਤਿਮੋਥੀਅਸ ਦੇ ਬਾਰੇ ਵੇਖਦੇ ਆ, ਤੇ ਤਿਮੋਥੀਅਸ ਜਿਹੜਾ ਸੀ, ਉਹਦੀ ਮਾਂ ਦਾ ਉਹਦੇ ਉੱਪਰ ਪ੍ਰਭਾਵ ਸੀ। ਔਰ ਪਲੂਸ ਏਦਾਂ ਹੀ ਨਹੀਂ ਉਹਦੇ ਬਾਰੇ ਕਹਿ ਸਕਿਆ, ਇਸੇ ਕਰਕੇ ਉਹਨੇ ਕਿਹਾ ਕਿ ਜਿਹੜੀ ਨੇਚਾ ਮੈਂ ਤੇਰੀ ਨਾਨੀ ਲੋਇਸ ਦੇ ਵਿੱਚ ਔਰ ਉਹ ਨੇਚਾ ਤੇਰੀ ਮਾਂ ਦੇ ਵਿੱਚ ਆਈ, ਔਰ ਉਹ ਹੀ ਕਹਿੰਦਾ ਮੈਂ ਨੇਚਾ ਤੇਰੇ ਵਿੱਚ ਵੀ ਵੇਖਦਾ। ਇਹਦਾ ਮਤਲਬ ਹੈ ਕਿ ਜੇ ਤੁਹਾਡੀ ਨੇਚਾ ਇੱਕੋ ਪਰਮੇਸ਼ਵਰ ਦੇ ਵਿੱਚ ਆ, ਤੇ ਤੁਹਾਡੇ ਬੱਚਿਆਂ ਦੀ ਵੀ ਨੇਚਾ ਫਿਰ ਇੱਕੋ ਪਰਮੇਸ਼ਵਰ ਦੇ ਵਿੱਚ ਹੋਵੇਗੀ। ਅਗਰ ਤੁਸੀਂ ਤਿੰਨਾਂ ਪਰਮੇਸ਼ਵਰਾਂ ਨੂੰ ਮੰਨਣ ਵਾਲੇ ਹੋ, ਤੁਹਾਡੇ ਬੱਚਿਆਂ ਨੇ ਵੀ ਤਿੰਨਾਂ ਪਰਮੇਸ਼ਵਰਾਂ ਨੂੰ ਮੰਨਣਾ ਹੈ।
ਆਮੀਨ ਕਹਿ ਸਕਦੇ ਹੋ? ਆਮੀਨ। ਉੱਚੀ ਬੋਲਦੇ ਹਾਲੇਲੂਇਆ। ਇਸ ਲਈ ਜੋ ਨੇਚਾ ਤਮੋਥੀਅਸ ਨੇ ਆਪਣੀ ਨਾਨੀ ਦੇ ਵਿੱਚ, ਆਪਣੀ ਮਾਂ ਦੇ ਵਿੱਚ ਵੇਖੀ, ਉਹ ਹੀ ਨੇਚਾ ਉਹਦੇ ਵਿੱਚ ਵੀ ਹੈ। ਹਾਂ, ਇਸ ਲਈ ਮਾਵਾਂ ਦਾ, ਪਿਓਾਂ ਦਾ ਸਾਡੇ ਬੱਚਿਆਂ ਦੇ ਉੱਪਰ ਬਹੁਤ ਵੱਡਾ ਪ੍ਰਭਾਵ ਹੈ। ਹੋ ਸਕਦਾ ਕਈ ਵਾਰੀ ਬੱਚੇ ਏਦਾਂ ਵਿਗੜੇ ਹੀ ਰਹਿਣ, ਪਰ ਇੱਕ ਦਿਨ ਆਏਗਾ ਕਿ ਜ਼ਰੂਰ ਉਹਦਾ ਤੁਹਾਡਾ ਪ੍ਰਭਾਵ ਆ ਉਹ ਪੈਣਾ ਹੀ ਪੈਣਾ ਹੈ। ਯਾਦ ਆਏਗਾ। ਕਈ ਵਾਰੀ ਤੁਹਾਨੂੰ ਲੱਭਦਾ ਕਿ ਬੱਚੇ ਬਹੁਤ ਭਲੇ ਮਾਨਸ ਹੁੰਦੇ ਤੇ ਪਿਓ ਏਦਾਂ ਦੇ ਹੁੰਦਾ, ਹਾਂ, ਤੇ ਕਈ ਵਾਰੀ ਪਿਓ ਚੰਗਾ ਹੁੰਦਾ ਤੇ ਬੱਚੇ ਖਰਾਬ ਹੁੰਦੇ। ਪਰ ਅਗਰ ਪਿਓ ਵਿਸ਼ਵਾਸੀ ਆ, ਅਗਰ ਉਹ ਵਾਕਈ ਆਪਣੇ ਬੱਚਿਆਂ ਦੇ ਲਈ ਗੰਭੀਰ ਆ, ਹਾਂਜੀ, ਜਾਂ ਕੋਈ ਬੱਚਾ ਆਪਣੇ ਪਿਤਾ ਦੇ ਲਈ ਗੰਭੀਰ ਆ, ਉਹ ਪ੍ਰਾਰਥਨਾਵਾਂ ਕਰਦਾ, ਤੇ ਇੱਕ ਦਿਨ ਜ਼ਰੂਰ ਆਵੇਗਾ ਕਿ ਬੱਚਿਆਂ ਦੀ ਪ੍ਰਾਰਥਨਾ ਦੇ ਕਾਰਨ ਪਿਤਾ ਬਦਲ ਸਕਦਾ, ਔਰ ਪਿਤਾ ਮਾਂ ਦੀ ਪ੍ਰਾਰਥਨਾ ਦੇ ਕਾਰਨ ਉਹਦੇ ਬੱਚੇ ਬਦਲ ਸਕਦੇ ਸਹੀ ਬਾਤ। ਆਮੀਨ, ਆਮੀਨ, ਆਮੀਨ ਕਹਿ ਸਕਦੇ ਹੋ? ਆਮੀਨ। ਹਾਲੇਲੂਇਆ। ਬਹੁਤ ਵਧੀਆ। ਇਸ ਲਈ ਹੋਰ ਅਸੀਂ ਵੇਖਦੇ ਹਾਂ ਕਿ ਕਿੱਦਾਂ ਇਸਹਾਕ ਦਾ ਆਪਣੇ ਬੱਚੇ ਦੇ ਉੱਪਰ ਪ੍ਰਭਾਵ ਸੀ। ਇਹਦੇ ਇਸਹਾਕ ਇੰਨਾ ਛੋਟਾ ਨਹੀਂ ਸੀ ਕਿ ਆਪਣੇ ਪਿਤਾ ਦਾ ਵਿਰੋਧ ਨਾ ਕਰ ਸਕਦਾ। ਉਹ ਇੰਨਾ ਕੁ ਸੀ, ਜੇ ਤੁਸੀਂ ਧਿਆਨ ਦਿਓ ਤੇ ਬਾਈਬਲ ਦੱਸਦੀ ਕਿ ਇਸਹਾਕ ਨੇ ਉਹਨੂੰ ਲੱਕੜਾਂ ਚੁਕਾਈਆਂ। ਅਬਰਾਹਾਮ ਨੇ ਇਸਹਾਕ ਨੂੰ ਲੱਕੜਾਂ ਚੁਕਾਈਆਂ ਉਹਦੀ ਬਲੀ ਦੇਣ ਦੇ ਲਈ। ਦੇਖੋ ਕਿ ਅਬਰਾਹਾਮ ਦਾ ਇਸਹਾਕ ਤੇ ਪ੍ਰਭਾਵ ਸੀ। ਹਾਂਜੀ, ਅਬਰਾਹਾਮ ਦਾ ਇਸਹਾਕ ਤੇ ਪ੍ਰਭਾਵ ਸੀ। ਔਰ ਜਦੋਂ ਅਬਰਾਹਾਮ ਦਾ ਬੱਚਾ ਪਰਮੇਸ਼ਵਰ ਨੇ ਮੰਗਿਆ ਬਲੀ ਚੜਾਉਣ ਦੇ ਲਈ, ਤੇ ਫਿਰ ਉਹ ਪਹਾੜ ਤੇ ਗਿਆ। ਠੀਕ ਹੈ। ਪਹਾੜ ਤੇ ਛੋਟਾ ਜਿਹਾ ਬੱਚਾ ਲੱਕੜਾਂ ਚੁੱਕ ਕੇ ਨਹੀਂ ਜਾ ਸਕਦਾ। ਆਹੋ, ਸਿਆਣਾ ਹੈ ਬੱਚਾ। ਜੇ ਇੰਨੀਆਂ ਕੁ ਵੀ ਨਹੀਂ ਲੱਕੜਾਂ ਹੋਣਗੀਆਂ ਕਿ ਬਸ 2-4 ਹੀ ਹੋਣ, ਅਕਸਰ ਉਹਨਾਂ ਜਗੇਦੀ ਬਣਾਉਣੀ, ਉੱਪਰ ਰੱਖਣਾ ਉਹਨੂੰ। ਕਹਿਣ ਦਾ ਮਤਲਬ ਹੈ ਕਿ ਉਹ ਆਪਣੇ ਪਿਤਾ ਦਾ ਵਿਰੋਧ ਕਰ ਸਕਦਾ ਸੀ, ਨਹੀਂ ਕੀਤਾ। ਪਰ ਉਹਨੇ ਕਿਉਂ ਨਹੀਂ ਕੀਤਾ? ਕਿਉਂਕਿ ਉਹਨੇ ਆਪਣੇ ਪਿਤਾ ਦੀਆਂ ਪ੍ਰਾਰਥਨਾਵਾਂ ਨੂੰ ਸੁਣਿਆ ਸੀ। ਔਰ ਪਤਾ ਸੀ ਕਿ ਮੇਰਾ ਪਿਤਾ ਕੁਝ ਗਲਤ ਨਹੀਂ ਕਰ ਸਕਦਾ। ਆਮੀਨ। ਇਸੇ ਪ੍ਰਭਾਵ ਦੇ ਕਾਰਨ ਉਹਨੇ ਆਪਣੇ ਪਿਤਾ ਦੀ ਆਗਿਆਕਾਰੀ ਕੀਤੀ। ਆਮੀਨ। ਇਸੇ ਤਰ੍ਹਾਂ ਦਾ ਪ੍ਰਭਾਵ ਸਾਡਾ ਵੀ ਆਪਣੇ ਬੱਚਿਆਂ ਦੇ ਉੱਪਰ ਹੋਣਾ ਚਾਹੀਦਾ। ਬਹੁਤ ਵਧੀਆ। ਆਮੀਨ। ਹਾਲੇਲੂਇਆ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਆਪਾਂ ਬਾਈਬਲ ਦੇ ਵਿੱਚੋਂ ਪੜ੍ਹਿਆ ਜਿਫਤਾ ਦੇ ਬਾਰੇ। ਬਸ ਥੋੜੀ ਜਿਹੀ ਗੱਲਬਾਤ ਕਰਕੇ ਉਸ ਤੋਂ ਬਾਅਦ ਬੰਦ ਕਰਾਂਗੇ। ਹੋਰ ਵੀ ਆਪਾਂ ਉਦਾਹਰਨਾਂ ਲੈ ਸਕਦੇ ਹਾਂ ਕਿ ਕਿੱਦਾਂ ਥਾਮਸ ਐਡੀਸਨ, ਜਿਹਦੇ ਨਾਂ ਤੇ ਹਜ਼ਾਰਾਂ ਦੇ ਵਿੱਚ ਖੋਜਾਂ ਹੈ, ਉਹ ਇੱਕ ਮੰਦਬੁੱਧੀ ਬੱਚਿਆਂ ਦੇ ਵਿੱਚ ਉਹਨੂੰ ਗਿਣਿਆ ਗਿਆ, ਪਰ ਉਹਦੀ ਮਾਂ ਦੇ ਪ੍ਰਭਾਵ ਦੇ ਕਾਰਨ ਆਮੀਨ, ਉਹ ਇੱਕ 1000 ਤੋਂ ਵੱਧ ਖੋਜ ਕਰਨ ਵਾਲਾ ਬੰਦਾ ਬਣ ਗਿਆ, ਜਿਹਨੂੰ ਸਕੂਲ ਨੇ ਰਿਜੈਕਟ ਕੀਤਾ, ਜਿਹਨੂੰ ਕਿਹਾ ਕਿ ਇਹ ਪੜ੍ਹ ਨਹੀਂ ਸਕਦਾ, ਪਰ ਉਹਦੀ ਮਾਂ ਦੇ ਪ੍ਰਭਾਵ ਨੇ ਉਹਨੂੰ ਇੱਕ ਸਾਇੰਟਿਸਟ ਬਣਾਤਾ। ਉਹਦੇ ਪ੍ਰਭਾਵ ਨੇ, ਉਹਦੇ ਬਲੀਦਾਨ ਨੇ। ਹਾਲੇਲੂਇਆ। ਜਿਫਤਾ ਸਾਨੂੰ ਲੱਗਦਾ ਕਿ ਜਿਹੜਾ ਜਿਫਤਾ ਸੀ, ਗਿਲਿਆਦ ਵਿੱਚ ਬਾਈਬਲ ਸਾਨੂੰ ਦੱਸਦੀ ਹੈ ਕਿ ਇੱਕ ਜਿਫਤਾ ਨਾਮੇ ਮਨੁੱਖ ਸੀ, ਤੇ ਬਾਈਬਲ ਦੱਸਦੀ ਕਿ ਉਹ ਇੱਕ ਕੰਜਰੀ ਦਾ ਜਣਿਆ ਹੋਇਆ ਸੀ। ਮਤਲਬ ਕਿ ਉਹਦਾ ਪਿਤਾ ਸੀ, ਉਹਦੇ ਇੱਕ ਤੋਂ ਜ਼ਿਆਦਾ ਵਿਆਹ ਸਨ,
ਔਰ ਜਿਹੜਾ ਜਿਫਤਾ ਸੀ ਗਿਲਿਆਦ ਦਾ, ਤੇ ਬਾਈਬਲ ਚ ਲਿਖਿਆ ਕਿ ਜਿਫਤਾ ਦੀ ਤੀਵੀਂ ਉਸ ਤੋਂ ਪੁੱਤਰ ਜਣੀ, ਤੇ ਜਾਂ ਤੀਵੀਆਂ ਦੇ ਪੁੱਤਰ ਵੱਡੇ ਹੋਏ ਤਾਂ ਉਹਨਾਂ ਨੇ ਜਿਫਤਾ ਨੂੰ ਛੇਕ ਕੇ ਉਹਨੂੰ ਆਖਿਆ ਕਿ ਸਾਡੇ ਪਿਤਾ ਦੇ ਘਰ ਵਿੱਚ ਤੇਰਾ ਕੋਈ ਹਿੱਸਾ ਨਹੀਂ ਆ। ਕਿਉਂ? ਕਿਉਂਕਿ ਤੂੰ ਇੱਕ ਵਿਆਹੀ ਔਰਤ ਤੋਂ ਨਹੀਂ ਜੰਮਿਆ। ਉਹਦੇ ਪਿਤਾ ਇੱਕ ਸੀ ਪਰ ਔਰਤਾਂ ਜ਼ਿਆਦਾ ਸੀ, ਯਾਨੀ ਕਿ ਜਿਫਤਾ ਦੇ ਜਿਹੜੇ ਦੂਜੇ ਔਰਤਾਂ ਤੋਂ ਭੈਣ ਭਰਾ ਜਿਹੜੇ ਜੰਮੇ, ਉਹਨਾਂ ਨੇ ਉਹਨੂੰ ਕਿਹਾ ਕਿ ਜਿਹੜੀ ਸਾਡੀ ਜਾਇਦਾਦ ਆ ਇਹਦੇ ਵਿੱਚ ਤੇਰਾ ਕੋਈ ਹਿੱਸਾ ਨਹੀਂ। ਉਹਨਾਂ ਨੂੰ ਛੇਕ ਦਿੱਤਾ। ਔਰ ਇੱਕ ਦਿਨ ਜਦੋਂ ਦੂਜੇ ਰਾਜੇ ਨੇ ਉਸ ਦੇਸ਼ ਦੇ ਉੱਪਰ ਹਮਲਾ ਕੀਤਾ, ਇਹਨੂੰ ਕੀ ਬੱਚੇ ਸਿੱਧੇ ਹੋ ਗਏ, ਸੁਣੋ ਇਧਰ ਬਾਅਦ 10 ਮਿੰਟ ਹੋਰ। ਤੇ ਜਦੋਂ ਹਮਲਾ ਕੀਤਾ ਤੇ ਉਹਨਾਂ ਨੇ ਫੇਰ ਜਿਫਤਾ ਦੇ ਅੱਗੇ ਜਾ ਕੇ ਫਰਿਆਦ ਕੀਤੀ ਕਿ ਤੂੰ ਸਾਡਾ ਆਗੂ ਬਣ, ਸਾਡੇ ਲਈ ਲੜ। ਹੁਣ ਇਸ ਗੱਲ ਦੇ ਉੱਪਰ ਧਿਆਨ ਦਿਓ ਕਿ ਜਦ ਕਾਫੀ ਲੰਬੀ ਕਹਾਣੀ ਹੈ ਇਹ, ਸ਼ਾਰਟ ਦੇ ਵਿੱਚ ਕਰਦੇ ਗੱਲ। ਔਰ ਜਦ ਇਹ ਜਿਫਤਾ ਮੰਨ ਗਿਆ ਤੇ ਉਹਨੇ ਪਰਮੇਸ਼ਵਰ ਦੇ ਅੱਗੇ ਸੁਖਣਾ ਸੁਖੀ ਕਿ ਪ੍ਰਭੂ ਅਗਰ ਤੂੰ ਮੈਨੂੰ ਅਮੋਨੀਆ ਦੇ ਉੱਪਰ ਜਿੱਤ ਦੇਵੇਂ ਤੇ ਮੈਂ ਇਹ ਜਿਹੜੀ ਮੇਰੀ ਬੇਟੀ ਆ ਇਕਲੌਤੀ ਧੀ, ਇਹਨੂੰ ਮੈਂ ਤੈਨੂੰ ਦੇ ਦਿਆਂਗਾ, ਇਹਦੀ ਮੈਂ ਬਲੀ ਚੜਾ ਦਾਂਗਾ। ਤੇ ਉਸੇ ਤਰ੍ਹਾਂ ਹੋਇਆ ਔਰ ਪਰਮੇਸ਼ਵਰ ਨੇ ਅਮੋਨੀਆ ਦੇ ਉੱਪਰ ਜਿਫਤਾ ਨੂੰ ਜਿੱਤ ਦਿੱਤੀ। ਜਦੋਂ ਉਹਨਾਂ ਨੇ ਉਹਨੂੰ ਆਗੂ ਬਣਾਇਆ, ਜਿਫਤਾ ਨੂੰ ਜਿੱਤ ਦਿੱਤੀ। ਤੇ ਹੁਣ ਕੀ ਆ, ਉਹਦੀ ਇਕਲੌਤੀ ਪੁੱਤਰੀ ਡੱਫ ਵਜਾਉਂਦੀ ਜਿੱਤ ਦੀ ਖੁਸ਼ੀ ਦੇ ਵਿੱਚ। ਔਰ ਸ਼ਰਤ ਇਹ ਸੀ ਕਿ ਤੇਰੇ ਘਰ ਦਾ ਸਭ ਤੋਂ ਪਹਿਲਾਂ ਜੋ ਤੇਰੇ ਨਜ਼ਰੀ ਆਉਂਦਾ, ਠੀਕ ਹੈ। ਇਹ ਲਿਖਿਆ, ਵੇਖੋ ਉਹਦੀ ਧੀ ਡੱਫ ਵਜਾਉਂਦੀ ਤੇ ਨੱਚਦੀ ਹੋਈ ਉਹਨੂੰ ਮਿਲਣ ਲਈ ਨਿਕਲੀ। ਆਦੇ ਉਹ ਉਸਦੀ ਇਕਲੌਤੀ ਸੀ, ਉਸ ਤੋਂ ਬਿਨਾਂ ਹੋਰ ਪੁੱਤਰ ਧੀ ਉਸਦੇ ਕੋਈ ਨਹੀਂ ਸੀ। ਤਾਂ ਅਜਿਹਾ ਹੋਇਆ ਵੀ ਜਾਂ ਉਹਨੇ ਉਸ ਨੂੰ ਡਿੱਠਾ ਤਾਂ ਉਹਨੇ ਆਪਣੇ ਲੀੜੇ ਪਾੜ ਕੇ ਆਖਿਆ, ਹਾਏ ਹਾਏ ਮੇਰੀ ਧੀ, ਇਹ ਮੈਨੂੰ ਬਹੁਤ ਨੀਵਾਂ ਕੀਤਾ, ਸਗੋਂ ਤੂੰ ਉਹਨਾਂ ਵਿੱਚੋਂ ਹੈ ਜੋ ਮੈਨੂੰ ਦੁੱਖ ਦਿੰਦੇ ਹਨ, ਕਿਉਂਕਿ ਮੈਂ ਯਹੋਵਾ ਨੂੰ ਬਚਨ ਦਿੱਤਾ ਤੇ ਟਾਲ ਨਹੀਂ ਸਕਦਾ। ਉਸ ਨੇ ਮੈਨੂੰ ਆਖਿਆ, ਹੇ ਮੇਰੇ ਪਿਓ, ਆਮੀਨ, ਜੋ ਤੈਂ ਯਹੋਵਾ ਨੂੰ ਵਚਨ ਦਿੱਤਾ ਹੈ, ਇੱਥੇ ਧਿਆਨ ਨਾਲ ਸੁਣਿਓ, ਸੋ ਜੋ ਕੁਛ ਤੈਂ ਮੂੰਹੋਂ ਕੱਢਿਆ ਹੈ ਸੋ ਤੂੰ ਮੇਰੇ ਨਾਲ ਕਰ, ਕਿਉਂ ਜੋ ਯਹੋਵਾ ਨੇ ਤੇਰੇ ਵੈਰੀ ਅਮੋਨੀਆ ਤੋਂ ਤੇਰਾ ਬਦਲਾ ਲੈ ਲਿਆ ਹੈ। ਆਮੀਨ, ਆਮੀਨ। ਸੋ ਇਹਦਾ ਮਤਲਬ ਇਹ ਕਿ ਉਹ ਇਹ ਸ਼ਬਦ ਇਸੇ ਕਰਕੇ ਕਹਿ ਸਕੀ, ਉਹਨੇ ਆਪਣੇ ਪਿਤਾ ਦੀਆਂ ਪ੍ਰਾਰਥਨਾਵਾਂ ਨੂੰ ਵੇਖਿਆ ਸੀ। ਉਹਨੂੰ ਪਤਾ ਸੀ ਕਿ ਮੇਰਾ ਜਿਹੜਾ ਪਿਤਾ ਆ ਉਹ ਕਿੱਦਾਂ ਦਾ ਬੰਦਾ ਹੈ। ਆਮੀਨ, ਆਮੀਨ। ਔਰ ਇਸੇ ਹੀ ਕਰਕੇ ਉਹ ਕਹਿ ਸਕੀ ਕਿ ਜੋ ਤੂੰ ਪ੍ਰਭੂ ਨੂੰ ਜਿੱਦਾਂ ਹੀ ਕਿਹਾ, ਜਿੱਦਾਂ ਹੀ ਤੂੰ ਸੁਖਣਾ ਸੁਖੀ ਆ, ਉਸੇ ਤਰ੍ਹਾਂ ਤੂੰ ਕਰ। ਕਾਸ਼ ਕਿ ਪ੍ਰਭੂ ਅਜਿਹੇ ਧੀਆਂ ਪੁੱਤਰ ਅੱਜ ਸਾਨੂੰ ਦੇਵੇ। ਇਹ ਕਹਿਣ ਕਿ ਜੋ ਤੁਸੀਂ ਪ੍ਰਭੂ ਨੂੰ ਵਾਅਦਾ ਕੀਤਾ ਤੁਸੀਂ ਉਸੇ ਹੀ ਤਰ੍ਹਾਂ ਕਰੋ, ਭਾਵੇਂ ਸਾਡੀ ਬਲੀ ਕਿਉਂ ਨਾ ਚੜਾਉਣੀ ਪਵੇ। ਆਮੀਨ ਕਹਿ ਸਕਦੇ? ਆਮੀਨ। ਹੁਣ ਤੇ ਕੋਈ ਪ੍ਰਭੂ ਬਲੀਆਂ ਨਹੀਂ ਮੰਗਦਾ ਨਾ, ਉਹ ਤੇ ਇਹ ਆ ਕਿ ਅਜਿਹੇ ਧੀਆਂ ਪੁੱਤਰ ਸਾਡੇ ਹੋਣ ਜੋ ਕਹਿ ਸਕੇ ਕਿ ਸਾਨੂੰ ਭਾਵੇਂ ਆਪਣੀ ਜ਼ਿੰਦਗੀ ਦਾਅ ਤੇ ਲਾਉਣੀ ਪਵੇ, ਜੋ ਤੁਸੀਂ ਪ੍ਰਭੂ ਦੇ ਨਾਲ ਵਾਅਦਾ ਕੀਤਾ ਉਸ ਨੂੰ ਨਿਭਾਓ। ਇਹਦੇ ਵਿੱਚ ਭਾਵੇਂ ਤੁਸੀਂ ਛੋਟੀਆਂ ਛੋਟੀਆਂ ਗੱਲਾਂ ਤੁਸੀਂ ਨਾਲ ਐਡ ਕਰ ਸਕਦੇ, ਕਿ ਚਾਹੇ ਭਾਵੇਂ ਜਿੰਨਾ ਮਰਜ਼ੀ ਜ਼ਰੂਰੀ ਕੰਮ ਕਿਉਂ ਨਾ ਹੋਵੇ, ਤੁਸੀਂ ਪ੍ਰਭੂ ਦੇ ਕੰਮ ਨੂੰ ਅੱਗੇ ਰੱਖੋ। ਚਾਹੇ ਉਹ ਐਤਵਾਰ ਚਰਚ ਆਉਂਦਾ ਆ, ਚਾਹੇ ਦਾਨ ਦਸਵੰਧ ਦਾ ਆ, ਚਾਹੇ ਕੋਈ ਵੀ ਕੰਮ ਕਿਉਂ ਨਹੀਂ ਆ, ਜੋ ਪ੍ਰਭੂ ਨੇ ਕਿਹਾ, ਜੋ ਤੁਸੀਂ ਸੁਖਣਾ ਸੁਖੀ, ਉਹ ਅਗਰ ਤੁਸੀਂ ਪੂਰੀ ਕਰਦੇ ਹੋ ਤੇ ਤੁਸੀਂ ਵਾਕਿਆ ਹੀ ਉਸੇ ਤਰ੍ਹਾਂ ਜਿਫਤਾ ਦੀ ਧੀ ਦੇ ਵਾਂਗੂ ਕਰ ਰਹੇ ਹੋ। ਜਿਹਨੇ ਕਿਹਾ ਕਿ ਜੋ ਤੂੰ ਪ੍ਰਭੂ ਦੇ ਨਾਲ ਪ੍ਰਣ ਕੀਤਾ ਤੂੰ ਉਸੇ ਤਰ੍ਹਾਂ ਕਰ।
ਹਾਲੇਲੂਇਆ। ਸੋ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਤੂੰ ਆਪਣੇ ਬੱਚਿਆਂ ਨੂੰ ਛਿੱਟੀ ਦੇ ਨਾਲ ਮਾਰ, ਉਹ ਮਰ ਨਹੀਂ ਜਾਂਦਾ, ਪਰ ਇਹ ਜਿਹੜੀ ਛਿੱਟੀ ਆ, ਇਹ ਜਿਹੜਾ ਡੰਡਾ ਆ, ਇਹ ਜਿਹੜੀ ਤਾੜਨਾ ਆ, ਬੱਚੇ ਨੂੰ ਸਵਰਗ ਦੇ ਵਿੱਚ ਲੈ ਕੇ ਜਾਏਗਾ। ਇਸ ਲਈ ਹਮੇਸ਼ਾ ਅਸੀਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਰਹਿਣਾ ਹੈ। ਵਿਵਸਥਾ ਸਾਰ ਦੀ ਕਿਤਾਬ ਦੇ ਅਨੁਸਾਰ ਰਾਹ ਵਿੱਚ ਜਾਂਦੇ ਆ, ਉੱਠਦੇ ਆ, ਬੈਠਦੇ ਆ, ਲੇਟਦੇ ਆ। ਆਮੀਨ। ਕਿੱਦਾਂ ਅਸੀਂ ਪ੍ਰਾਰਥਨਾ, ਜਦ ਅਸੀਂ ਪ੍ਰਾਰਥਨਾਵਾਂ ਵੀ ਕਰਦੇ ਹਾਂ ਤੇ ਸਾਡੇ ਬੱਚੇ ਸਾਨੂੰ ਵੇਖਦੇ ਆ। ਆਮੀਨ। ਅਗਰ ਪਿਤਾ ਹੀ, ਜਿੱਦਾਂ ਭਾਈ ਪ੍ਰਚਾਰ ਕਰ ਰਹੇ ਸਨ, ਉਹਨੇ ਕਿਹਾ ਕਿ ਅਗਰ ਮਾਂ ਹੀ ਕੁਛ ਗਲਤ ਚੀਜ਼ਾਂ ਪੜ੍ਹਦੀ ਹੈ, ਜਦੋਂ ਭਾਈ ਵਿਕਟਰ ਅਗਵਾਈ ਦਿੱਤੀ CID ਬਾਰੇ, ਅਗਰ ਮਾਂ ਹੀ CID ਵੇਖਦੀ ਹੈ, ਅਗਰ ਪਿਤਾ ਹੀ CID ਵੇਖਦਾ ਹੈ, ਤੇ ਬੱਚਿਆਂ ਨੂੰ ਨਹੀਂ ਸਿਖਾ ਸਕਦਾ, ਸਿਖਾਉਣੀ ਨਹੀਂ, ਕਿਉਂਕਿ ਤੇ ਆਪ ਵੇਖਦਾ ਹੈ। ਭਾਈ ਹੋਰ ਵੀ ਕਈ ਉਦਾਹਰਨਾਂ ਦਿੰਦੇ ਹੁੰਦੇ ਗੋੜ ਖਾਣ ਵਾਲੀਆਂ। ਉਹ ਬਾਬਾ ਤੇ ਖੁਦ ਗੋੜ ਖਾਂਦਾ ਸੀ ਤੇ ਉਹਨੇ ਉਹਨਾਂ ਤੱਕ ਨਹੀਂ ਕਿਹਾ ਬੱਚੇ ਤੂੰ ਗੁੜ ਨਹੀਂ ਖਾਣਾ, ਜਿੰਨਾ ਤੱਕ ਉਹ ਆਪ ਖਾਂਦਾ ਰਿਹਾ। ਅਗਲੀ ਵਾਰ ਆਈ। ਉਹ ਜਦੋਂ ਉਹਨੇ ਖੁਦ ਆਪਣੇ ਆਪ ਨੂੰ ਸਹੀ ਕਰ ਲਿਆ ਵੀ ਹੁਣ ਮੈਂ ਨਹੀਂ ਖਾਂਦਾ, ਹੁਣ ਮੈਂ ਕਹਿ ਸਕਦਾ। ਇਸੇ ਤਰ੍ਹਾਂ ਭੈਣ ਭਰਾਵੋ ਅਸੀਂ ਵੀ ਯਾਦ ਤੱਕ ਜਿਹੜੇ ਕੰਮ ਅਸੀਂ ਕਰਦੇ ਆਪਣੇ ਬੱਚਿਆਂ ਨੂੰ ਕੀ ਸਿਖਾ ਸਕਦੇ ਕਿ ਨਾ ਕਰੋ, ਅਸੀਂ ਉਦਾਂ ਹੀ ਉਸ ਦਿਨ ਹੀ ਸਿਖਾਵਾਂਗੇ ਜਦ ਅਸੀਂ ਖੁਦ ਸਹੀ ਹੋ ਜਾਂਦੇ ਹਾਂ, ਸਿੱਖੇ ਹੋਵਾਂਗੇ ਤੇ ਹਾਂਜੀ ਚੱਲਦੇ ਹੋਵਾਂਗੇ। ਸੋ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ।